Okay, good afternoon once again, all the students. Last time we Good did afternoon. discussion on TRF and super Equivalent radio receivers. Fine. And before going through the performance characteristics of a particular radio receiver, I mean, what is their sensitivity, selectivity, high fidelity, and all. So let us go through the quickly advantage of super dynamic radio receiver. Here, there is no variation in bandwidth. So bandwidth remains constant over the entire operating range. And here, in case of super heterodyne, sensitivity and selectivity is more high. And of course, adjacent channel rejection is also high. Means ਜਿਹੜੇ ਇੱਕ ਚੈਨਲ ਪਾਰਟਿਕੂਲਰਲੀ ਟਿਊਨ ਕੀਤਾ, ਜਿਹੜੇ ਨਾਲ ਲੱਗਦੇ ਚੈਨਲ ਉਹਨੂੰ ਡਿਸਟਰਬ ਕਰ ਰਹੇ ਆ, ਸੁਪਰ ਹੀਟੋਡਾਈਨ ਰੇਡੀਓ ਰਿਸੀਵਰ ਦੇ ਵਿੱਚ ਉਹਨਾਂ ਦੀ ਰਿਜੈਕਸ਼ਨ ਹਾਈ ਹੁੰਦੀ ਹੈ, ਉਹਨੂੰ ਬੋਲਦੇ ਐਡਜੇਸੈਂਟ ਚੈਨਲ ਰਿਜੈਕਸ਼ਨ। ਬਾਕੀ AM ਰਿਸੀਵਰ ਜਿਹੜਾ ਸੀ ਉਹਦੇ ਫ੍ਰੀਕੁਐਂਸੀ ਪੈਰਾਮੀਟਰ ਕੀ ਆ, AM ਜਿਹੜਾ ਆ ਰਿਸੀਵਰ ਜਿਹੜੇ ਆ ਉਹ ਦੋ ਫ੍ਰੀਕੁਐਂਸੀ ਬੈਂਡ ਤੇ ਕੰਮ ਕਰ ਸਕਦਾ, ਇੱਕ ਮੀਡੀਅਮ ਤੇ ਇੱਕ ਸ਼ਾਰਟ ਵੇਵ ਬੈਂਡ ਤੇ। ਮੀਡੀਅਮ ਵੇਵ ਦਾ ਮਤਲਬ ਵੇਵ ਲੈਂਥ ਜਿਹੜਾ ਸ਼ਾਰਟ ਵੇਵ ਨਾਲੋਂ ਵੱਡੀ ਫ੍ਰੀਕੁਐਂਸੀ ਰੇਂਜ ਆ 535 ਤੋਂ ਲੈ ਕੇ 1650 ਕਿਲੋਹਰਟਜ਼, ਤੇ ਜਿਹੜਾ ਸ਼ਾਰਟ ਵੇਵ ਬੈਂਡ ਹੈ ਉਹ 5 ਤੋਂ ਲੈ ਕੇ 15 ਮੈਗਾਹਰਟਜ਼ ਹੈ। ਔਰ ਇੰਟਰਮੀਡੀਏਟ ਫ੍ਰੀਕੁਐਂਸੀ ਜਿਹੜੀ ਉਹ 455 ਕਿਲੋਹਰਟਜ਼ ਸਟੈਂਡਰਡ ਹੈ, ਤੇ IF ਬੈਂਡਵਿਡਥ ਜਿਹੜੀ ਉਹ 10 ਕਿਲੋਹਰਟਜ਼ ਹੈ। ਰਾਈਟ, ਆ ਇੱਕ ਹੁਣ ਐਗਜ਼ਾਮਪਲ ਲਿਖਿਓ ਆ ਵੀ ਇਨਕਮਿੰਗ ਸਿਗਨਲ ਜਿਹੜਾ 540 ਆ, ਜੇ ਮੈਂ ਇੱਥੇ 455 ਕਰਨਾ ਆ ਤੇ ਫਿਰ ਇਹਦੇ ਵਿੱਚ 455 ਐਡ ਕਰ ਦਿਓ 540 ਵਿੱਚ, ਉਨੀ ਲੋਕਲ ਓਸੀਲੇਟਰ ਦੀ ਫ੍ਰੀਕੁਐਂਸੀ ਜਨਰੇਟ ਹੋ ਜਾਏਗੀ। ਅਗਰ ਉਹਨੇ ਪੁੱਛੇ ਹੀ ਇਦਾਂ ਆ ਵੀ 540 ਪਿੱਛੋਂ ਆ ਰਹੀ ਆ ਤੇ 1 ਕਿਲੋ ਹਰਟਸ ਤੁਸੀਂ ਆਡੀਓ ਕੱਢਣੀ ਆ, ਠੀਕ ਹੈ, ਤੇ 470 ਉਹਨੇ ਨਹੀਂ ਦਿੱਤੀ। ਐਕਚੁਅਲੀ ਕਈ ਆਥਰ ਜਿਹੜੇ ਆ ਪਬਲਿਸ਼ਰ ਹੈ ਜਾਂ ਆਥਰ ਰਿਸਰਚਰ ਨੇ, ਸਾਇੰਟਿਸਟ ਨੇ, ਇੰਜੀਨੀਅਰਸ ਨੇ, ਉਹਨਾਂ ਨੇ 470 55 ਦੀ ਬਜਾਏ 470 ਦੱਸਦੀ। ਤੋ 10 ਕਿਲੋ ਹਰਟਸ ਦਾ ਤਾਂ ਫਰਕ ਪੈ ਸਕਦਾ ਅੱਗੇ ਪਿੱਛੇ, ਪਰ ਮੇਰੇ ਹਿਸਾਬ ਨਾਲ 455 ਜਾਂ 465 ਇੰਨੀ ਕੁ ਚਾਹੀਦੀ ਹੈ। ਚਲੋ ਜੇ 470 ਵੀ ਦਿੱਤੀ ਆ ਤੇ 540 ਦੇ ਵਿੱਚ 470 ਐਡ ਕਰ ਦਿਓ, ਉਹ 1010 ਹੋ ਗਿਆ। ਇਹਦਾ ਮਤਲਬ ਲੋਕਲ ਆਸੀਲੇਟਰ ਨੇ ਫ੍ਰੀਕੁਐਂਸੀ ਉਨੀ ਜਨਰੇਟ ਕਰਨੀ ਹੈ। ਹੁਣ 1010 ਮਾਈਨਸ 540 ਦਾ ਜਿਹੜਾ ਡਿਫਰੈਂਸ ਉਹ 470 ਹੋ ਗਿਆ, ਤੇ ਜੇ 540 ਦੇ ਵਿੱਚ 455 ਐਡ ਕਰ ਦੇ ਤੇ ਇਹ ਬਣ ਜਾਣੀ ਸੀ 995, ਠੀਕ ਹੈ, ਇਹ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ। ਫਿਰ 995 ਵਿੱਚੋਂ 540 ਘਟ ਜਾਣੀ ਸੀ, ਇਹਨੇ 455 ਮਤਲਬ IF ਬਣਾ ਦੇਣੀ ਸੀ। ਹੁਣ ਤੁਸੀਂ ਨੋਟ ਕਰੋ, ਇਹ IF ਤੇ ਓਰੀਜਨਲ ਜਿਹੜਾ ਸਿਗਨਲ ਆ ਰਿਹਾ ਕੈਰੀਅਰ ਫ੍ਰੀਕੁਐਂਸੀ ਵਾਲਾ 540, ਸੋ IF ਡਾਊਨ ਹੁੰਦੀ ਹੈ ਇਸ ਨਾਲੋਂ, ਠੀਕ ਹੈ, ਇਨਕਮਿੰਗ ਨਾਲੋਂ। ਤੋ ਇਹ ਜਿਹੜੀ ਫ੍ਰੀਕੁਐਂਸੀ ਆ ਇਹਦੇ ਸਿਗਨਲ ਨੂੰ ਐਂਪਲੀਫਾਈ ਕਰ ਦੇਣਾ, IF ਬਣ ਗਈ। ਤੇ ਉਸ ਤੋਂ ਬਾਅਦ ਅੱਗੇ ਡਿਟੈਕਟਰ ਨੇ IF ਨੂੰ ਸਟਾਪ ਕਰ ਲੈਣਾ, ਜਿਹੜੀ ਹਾਈ ਫ੍ਰੀਕੁਐਂਸੀ ਇਹਦੇ ਵਿੱਚ ਜਿਹੜੀ ਆਡੀਓ ਆ ਰਹੀ ਆ ਉਹਨੂੰ ਪਾਸ ਕਰ ਦੇਣਾ, ਉਹ 1 ਕਿਲੋਹਰਟਜ਼ ਦੀ ਆ। ਉਹਨੇ ਇਦਾਂ ਕਿਹਾ ਕਿ 1 ਕਿਲੋਹਰਟਜ਼ ਦੀ ਆਡੀਓ ਤੇ 540 ਜਿਹੜੀ ਆ ਇਨਕਮਿੰਗ ਹੈ ਕੈਰੀਅਰ ਫ੍ਰੀਕੁਐਂਸੀ। ਇਦਾਂ ਰਿਸੀਵਰ ਨੂੰ ਡਿਜ਼ਾਈਨ ਕਰੋ, ਆ ਐਗਜ਼ਾਮਪਲ ਦੇ ਵਿੱਚ ਦਿੱਤਾ ਤੋ ਕਰਤਾ। ਬਸ ਹੁਣ ਜਿਹੜੀ 1 ਕਿਲੋਹਰਟਜ਼ ਦਾ ਆਡੀਓ ਸਿਗਨਲ ਹੈ, ਆਡੀਓ ਫ੍ਰੀਕੁਐਂਸੀ ਦਾ, ਜਾਨੀ ਉਹਦੇ ਵਿੱਚ ਸਾਊਂਡ ਹੋ ਸਕਦੀ ਆ ਤੇ ਜਾਂ ਹੋਰ ਇਨਫੋਰਮੇਸ਼ਨ, ਸਾਊਂਡ ਸਪੀਚ, ਉਹਨੂੰ ਅੱਗੇ ਐਂਪਲੀਫਾਈ ਕਰਕੇ ਪਾਵਰ ਵਧਾ ਕੇ ਸਪੀਕਰ ਨੂੰ ਦੇ ਦੇਣਾ, ਠੀਕ ਹੈ। ਜਿਹੜਾ ਉੱਪਰ ਪਾਵਰ ਐਂਪਲੀਫਾਇਰ ਹੈ ਉਹਦੀ ਜਿਹੜੀ ਇੰਪੀਡੈਂਸ, ਆਊਟਪੁੱਟ ਇੰਪੀਡੈਂਸ ਤੇ ਸਪੀਕਰ ਦੀ ਇਨਪੁੱਟ ਇੰਪੀਡੈਂਸ ਇਹ ਮੈਚ ਕਰਨੀ ਚਾਹੀਦੀ ਆ, ਠੀਕ ਹੈ ਨਾ। ਇਸ ਕਰਕੇ ਇਹ ਤੁਸੀਂ EDC ਵਿੱਚ ਪੜ੍ਹਿਆ ਸੀ, ਆਡੀਓ ਐਂਪਲੀਫਾਇਰ, RC ਕਪਲਡ ਐਂਪਲੀਫਾਇਰ, ਪਾਵਰ ਐਂਪਲੀਫਾਇਰ। ਉਹ ਪਾਵਰ ਐਂਪਲੀਫਾਇਰ ਦੇ ਵਿੱਚ ਜਿੱਥੇ RC ਕਲੈਕਟਰ ਰੈਜ਼ਿਸਟੈਂਸ ਆ ਉੱਥੇ ਟਰਾਂਸਫਾਰਮਰ ਲਗਾ ਦਿੱਤਾ ਜਾਂਦਾ, ਠੀਕ ਹੈ। ਟਰਾਂਜਿਸਟਰ ਦੀ ਆਊਟਪੁੱਟ ਜਿਹੜੀ ਆ ਇੰਪੀਡੈਂਸ ਆ ਉਹ ਪ੍ਰਾਇਮਰੀ ਵਾਈਂਡਿੰਗ ਨਾਲ ਮੈਚ ਕੀਤੀ ਜਾਂਦੀ ਹੈ, ਤੇ ਜਿਹੜੀ ਸੈਕੰਡਰੀ ਆ ਉਹ ਟਰਾਂਸਫਾਰਮਰ ਦੀ ਉਹ ਸਪੀਕਰ ਦੀ 8 ਓਮ ਇੰਪੀਡੈਂਸ ਨਾਲ ਮੈਚ ਕੀਤੀ ਜਾਂਦੀ ਆ, ਤੇ ਟਰਨਸ ਰੇਸ਼ੋ ਨੂੰ ਐਡਜਸਟ ਕੀਤਾ ਜਾਂਦਾ। ਉੱਥੇ ਇੰਪੀਡੈਂਸ ਆਪਾਂ ਇਦਾਂ ਕੱਢਦੇ ਹਾਂ, ਇਹ ਤੁਸੀਂ EDC ਵਿੱਚ ਪੜ੍ਹਿਆ ਹੋਣਾ। ਕਲੀਅਰ? ਹੈਲੋ ਬੋਲੋ, Yes, sir. ਆਵਾਜ਼ ਨਹੀਂ हाँ ਆ जी ਰਹੀ। सर क्लियर है जी। ਹਾਂ ਹਾਂ, ਠੀਕ ਹੈ। ਚਲੋ ਮੈਂ ਅੱਗੇ ਹੁਣ ਕਰਾਨਾ ਤੁਹਾਨੂੰ ਮੈਂ ਰੇਡੀਓ ਰਿਸੀਵਰ ਦੀ ਪਰਫਾਰਮੈਂਸ ਕਰੈਕਟਰਿਸਟਿਕਸ। ਆ ਇਹਦੇ ਕੁਝ ਇੰਪੋਰਟੈਂਟ ਪਰਫਾਰਮੈਂਸ ਕਰੈਕਟਰਿਸਟਿਕਸ ਰੇਡੀਓ ਰਿਸੀਵਰ ਦੀਆਂ, ਜਿਵੇਂ ਸੈਂਸਿਟੀਵਿਟੀ ਕੀ ਆ, ਸਿਲੈਕਟਿਵਿਟੀ ਕੀ ਆ, ਫਿਡਿਲਿਟੀ ਕੀ ਆ, ਇਮੇਜ ਫ੍ਰੀਕੁਐਂਸੀ ਰਿਜੈਕਸ਼ਨ ਕੀ ਆ। ਇਹ ਕੁਝ ਟਰਮਾਂ ਆਪਾਂ ਅਕਸਰ ਸੁਣਦੇ, ਕਹਿਣਾ ਯਾਰ ਬੜਾ ਸੈਂਸਿਟਿਵ ਹੈ, ਕਹਿਣਾ ਉਹਦੀ ਸਿਲੈਕਟਿਵਿਟੀ ਬੜੀ ਵਧੀਆ ਬਈ,
ਫਿਡਿਲਿਟੀ ਜਿਹਦਾ ਕਹਿੰਦਾ ਬੜਾ ਹਾਈ ਫਾਈ ਆ, ਹਾਈ ਫਾਈ ਦਾ ਮਤਲਬ ਹਾਈ ਫਿਡਿਲਿਟੀ। ਤੇ ਇੱਥੇ ਕੀ ਮਤਲਬ ਹੈ ਟੈਕਨੀਕਲ ਟਰਮਸ ਦੇ ਵਿੱਚ, ਰਿਸੀਵਰ ਦੇ ਵਿੱਚ ਹਾਈ ਫਿਡਿਲਿਟੀ ਦਾ ਕੀ ਮਤਲਬ ਹੈ, ਇਮੇਜ ਫ੍ਰੀਕੁਐਂਸੀ ਰਿਜੈਕਸ਼ਨ ਕੀ ਹੁੰਦੀ ਹੈ। ਸੋ ਇਹ ਚੀਜ਼ਾਂ ਆਪਾਂ ਪੜ੍ਹਦੇ ਹਾਂ। ਕਹਿੰਦਾ these characteristics are useful to judge the performance of the radio receiver. They are measured under standard operating conditions. ਪਹਿਲਾਂ ਆਪਾਂ ਸੈਂਸਿਟੀਵਿਟੀ ਦੀ ਗੱਲ ਕਰਦੇ ਹਾਂ। ਇਹ ਯੂਸਫੁਲ ਕਰੈਕਟਰਿਸਟਿਕਸ ਹੈਗੀਆਂ ਨੇ ਕਿਸੇ ਰੇਡੀਓ ਰਿਸੀਵਰ ਦੀ ਪਰਫਾਰਮੈਂਸ ਨੂੰ ਜੱਜ ਕਰਨ ਵਾਸਤੇ। ਇਹਨਾਂ ਨੂੰ ਸਟੈਂਡਰਡ ਆਪਰੇਟਿੰਗ ਕੰਡੀਸ਼ਨ ਦੇ ਅੰਡਰ ਹੀ ਮੇਜਰ ਕੀਤਾ ਜਾਂਦਾ। ਕਿਵੇਂ? ਸੈਂਸਿਟੀਵਿਟੀ ਆਫ ਅ ਰੇਡੀਓ ਰਿਸੀਵਰ ਇਜ਼ ਡਿਫਾਈਨਡ ਐਜ਼, ਸੈਂਸਿਟੀਵਿਟੀ ਹੁੰਦੀ ਉਹ ਤਾਂ ਨਾ ਵੀ ਕਿਸੇ ਜਿੱਦਾਂ ਕੋਈ ਰਿਸੀਵਰ ਹੈ ਜਾਂ ਕੋਈ ਵੋਲਟ ਮੀਟਰ ਹੈ, ਉਹ ਘੱਟ ਤੋਂ ਘੱਟ ਸਮੌਲ ਤੋਂ ਸਮੌਲ ਰੀਡਿੰਗ ਨੂੰ ਇਮੀਡੀਏਟਲੀ ਡਿਟੈਕਟ ਕਰਕੇ ਡਿਫਰੈਕਸ਼ਨ ਸ਼ੋ ਕਰ ਦੇਵੇ। ਇਹਦਾ ਰਿਸੀਵਰ ਹੈ ਵੀ ਮਨਿਊਟ ਤੋਂ ਮਨਿਊਟ ਸਿਗਨਲ ਨੂੰ ਰਿਸੀਵ ਕਰਕੇ ਆਊਟਪੁੱਟ ਸ਼ੋ ਕਰ ਦੇਵੇ। ਤੇ ਉੱਥੋਂ ਅਸੀਂ ਕਹਿੰਦੇ ਕਿ ਰਿਸੀਵਰ ਦੀ ਸੈਂਸਿਟੀਵਿਟੀ ਜ਼ਿਆਦਾ। ਇੱਥੇ ਕੀ ਆ, ਸੈਂਸਿਟੀਵਿਟੀ ਆਫ ਰੇਡੀਓ ਰਿਸੀਵਰ ਇਜ਼ ਡਿਫਾਈਨਡ ਐਜ਼ ਇਟਸ ਅਬਿਲਿਟੀ ਟੂ ਐਂਪਲੀਫਾਈ ਵੀਕ ਸਿਗਨਲਸ ਨੈਚੁਰਲੀ। ਰੇਡੀਓ ਰਿਸੀਵਰ ਦੀ ਇਨਪੁੱਟ ਨੂੰ ਜੇ ਬਹੁਤ ਵੀਕ ਸਿਗਨਲ ਮਿਲਿਆ, ਉਹਨੂੰ ਪਕੜ ਲੈਣਾ, ਕੈਚ ਕਰ ਲੈਣਾ, ਮਤਲਬ ਉਹਨੂੰ ਫਿਰ ਐਂਪਲੀਫਾਈ ਕਰ ਦੇਣਾ। ਸੋ ਇਟ ਇਜ਼ ਆਫਨ ਡਿਫਾਈਨਡ ਇਨ ਟਰਮਸ ਆਫ ਇਨਪੁੱਟ ਵੋਲਟੇਜ that must be applied at the input of the receiver to obtain a standard output power. ਅਕਸਰ ਇਨਪੁਟ ਵੋਲਟੇਜ ਦੀ ਤਰ੍ਹਾਂ ਉਹਦੇ ਰਿਸੀਵਰ ਦੇ ਇਨਪੁਟ ਤੇ ਦਿੱਤਾ ਜਾਂਦਾ ਇਹਨੂੰ, ਤਾਂ ਕਿ ਸਾਨੂੰ ਸਟੈਂਡਰਡ ਆਊਟਪੁੱਟ ਪਾਵਰ ਮਿਲ ਸਕੇ। ਸੈਂਸਿਟੀਵਿਟੀ ਇਜ਼ ਮੇਜਰਡ ਇਨ ਮਾਈਕਰੋਵੋਲਟ ਔਰ ਡੈਸੀਬਲਸ ਬਿਲੋ 1 ਵੋਲਟ। ਹੁਣ ਆ 3.31 ਇੱਕ ਡਾਇਗਰਾਮ ਦਿੱਤੀ ਆ, shows the typical sensitivity curve of a receiver. It shows the variation of sensitivity over the medium wave band of frequencies. ਲਓ ਜੀ ਮੈਂ ਤੁਹਾਨੂੰ ਪਹਿਲਾਂ ਦਿਖਾਣਾ ਡਾਇਗਰਾਮ। ਆ ਦੇਖੋ ਥੱਲੇ 600 ਕਿਲੋ ਹਰਟਜ਼ ਤੋਂ ਲੈ ਕੇ 1600 ਕਿਲੋ ਹਰਟਜ਼ ਤੱਕ ਇਹ ਮੀਡੀਅਮ ਵੇਵ ਫ੍ਰੀਕੁਐਂਸੀ ਦਾ ਬੈਂਡ ਆ। ਇਹਦੇ ਵਿੱਚ ਤੁਸੀਂ ਨੋਟ ਕਰੋ ਇਹਨੂੰ ਸੈਂਸਿਟੀਵਿਟੀ ਦਿੱਤੀ ਹੈ ਮਾਈਕਰੋਵੋਲਟ ਦੇ ਵਿੱਚ, ਜਾਂ ਇਹਨੂੰ ਮਾਈਕਰੋਵੋਲਟ 'ਚ ਮੇਜਰ ਕਰਦੇ ਹਾਂ, ਜਾਂ ਅਸੀਂ ਇਹਨੂੰ ਆ ਨੋਟ ਕੀਤਾ ਸੀ। ਆ ਦੇਖੋ, ਯੈਸ, ਸੈਂਸਿਟੀਵਿਟੀ ਇਜ਼ ਮੇਜਰਡ ਇਨ ਮਾਈਕਰੋਵੋਲਟ, 1 ਵੋਲਟ ਤੋਂ ਥੱਲੇ ਥੱਲੇ। ਠੀਕ ਹੈ। ਹੁਣ ਜਿੰਨੀ ਸਪੋਜ਼ ਇਹ ਰੀਡਿੰਗ ਥੱਲੇ ਨੂੰ ਘੱਟ ਦਿਖਾਉਂਦਾ, ਜਿੱਦਾਂ ਇਹਨੇ 11 ਤੋਂ ਉੱਪਰ ਤੇ 12 ਤੋਂ ਥੱਲੇ ਦਿਖਾ ਲਿਆ, ਤੇ ਕਿ ਉਸ ਲਈ ਫ੍ਰੀਕੁਐਂਸੀ ਕਿੰਨੀ ਹੈ, ਤੇ ਇਹਦੇ ਤਕਰੀਬਨ 850 ਪਲੱਸ, ਯਾਨੀ ਇਹਦਾ ਮਤਲਬ ਇਸ ਪਾਰਟੀਕੂਲਰ ਫ੍ਰੀਕੁਐਂਸੀ ਤੇ ਜੇ ਆਪਾਂ ਇਹਨੂੰ ਉਹਦੀ ਸੈਂਸਿਟੀਵਿਟੀ ਮੈਕਸਿਮਮ ਆ, ਇਹ ਤੇ ਸੈਂਸਿਟੀਵਿਟੀ ਮੈਕਸਿਮਮ ਦਾ ਮਤਲਬ ਬੇਸ਼ੱਕ ਮਿਨੀਮਮ ਵੈਲਿਊ ਆ। ਰੇਡੀਓ ਰਿਸੀਵਰ ਦੀ ਸੈਂਸਿਟੀਵਿਟੀ ਮੈਕਸਿਮਮ ਮਤਲਬ ਹੈ ਵੀ ਉਹ ਘੱਟ ਤੋਂ ਘੱਟ ਵੋਲਟੇਜ ਵਾਲੇ ਸਿਗਨਲ ਨੂੰ ਰਿਸੀਵ ਕਰ ਸਕਿਆ। ਸਮਝ ਆਈ? ਹੈਲੋ ਬੱਚੋ। ਸਰ ਆ ਜਿੱਤੇ ਸਭ ਤੋਂ ਘੱਟ ਉੱਤੇ ਹਾਇਰ ਲਿਖਿਆ, ਜਿੱਤੇ ਸਭ ਤੋਂ ਉੱਪਰ ਉੱਤੇ ਲੋਅਰ ਲਿਖਿਆ। ਇਹੀ ਤਾਂ ਮੈਂ ਦੱਸਣਾ ਚਾਹੁੰਦਾ ਤੁਹਾਨੂੰ। ਜਦੋਂ ਇਹਦਾ ਮਤਲਬ ਇਹ ਆ ਜਿੱਥੇ ਲੋਐਸਟ ਹੈ ਉੱਥੇ ਉਹਦੀ ਕਰਵ ਉੱਪਰ ਨੂੰ ਜਾ ਰਹੀ ਆ। ਇਟ ਮੀਨਸ ਲੋਐਸਟ ਸੈਂਸਿਟੀਵਿਟੀ ਤੇ ਅਗੇਂਸਟ ਵੋਲਟੇਜ ਦੇਖੋ ਕਿੰਨੀ 14 ਪਲੱਸ ਆ, ਤੇ ਹਾਈਐਸਟ ਸੈਂਸਿਟੀਵਿਟੀ ਤੇ ਵੋਲਟੇਜ ਕਿੰਨੀ ਹੈ 11 ਪਲੱਸ ਹੈ। ਸੋ ਇਹਦਾ ਮਤਲਬ ਰਿਸੀਵਰ ਨੂੰ ਘੱਟ ਵੋਲਟੇਜ ਚਾਹੀਦੀ ਤਦ ਹੀ ਜ਼ਿਆਦਾ ਸੈਂਸਿਟਿਵ ਆ। ਉਹ ਨਹੀਂ ਸਮਝੇ? ਸੈਂਸਿਟੀਵਿਟੀ ਦਾ ਮਤਲਬ ਹੁੰਦਾ, ਕਈ ਵਾਰੀ ਅਕਸਰ ਮੈਂ ਤੁਹਾਨੂੰ ਗੱਲ ਦੱਸਣ ਲੱਗਾ, ਜਿੱਦਾਂ ਮੰਨ ਲਓ ਕਲਾਸ ਦੇ ਵਿੱਚ ਤੁਸੀਂ 19 ਸਟੂਡੈਂਟ ਹੈ, ਕਿਸੇ ਬੱਚੇ ਨੂੰ ਛੇੜਤਾ, ਮਜ਼ਾਕ ਨਾਲ ਕੁਝ ਕਹਿਤਾ, ਉਹਨੇ ਮਾੜੀ ਜੀ, ਉਹ ਦੂਜਾ ਉਹਨੂੰ ਨਾਲ ਦਾ ਕਹਿੰਦਾ ਯਾਰ ਇਹਨੂੰ ਛੇੜੀ ਨਾ, ਮਾੜੀ ਜਿਹੀ ਗੱਲ ਦਾ ਗੁੱਸਾ ਕਰ ਜਾਂਦਾ। ਇਹਦਾ ਮਤਲਬ ਸਮਝ ਆਇਆ? ਹਾਂਜੀ। ਮਾੜੀ ਜਿਹੀ ਗੱਲ ਦਾ ਗੁੱਸਾ ਮਤਲਬ ਮਾੜਾ ਜਿਹਾ ਵੀਕ ਸਿਗਨਲ ਉਹਨੂੰ ਮਿਲਿਆ ਨਹੀਂ ਤੇ ਉਹਨੇ ਉਹਨੂੰ ਪਕੜ ਲੈਣਾ। ਸਮਝ ਆਈ? ਹਾਂਜੀ। ਇੱਥੇ ਤਾਂ ਕਹਿੰਦਾ ਵੀ ਜਿੰਨਾ ਵੀਕ ਸਿਗਨਲ ਘੱਟ ਹੋਏਗਾ ਰਿਸੀਵਰ ਦੀ ਸੈਂਸਿਟੀਵਿਟੀ ਉਨੀ ਜ਼ਿਆਦਾ ਹੋਏਗੀ। ਵੀਕ ਸਿਗਨਲ ਦਾ ਮਤਲਬ receiver is able to detect the receive the weak signal. It means receiver highly sensitive। अब समझ आ गई? ਹਾਂਜੀ। ਕਹਿਣਾ ਉਹ ਨਾਜ਼ੁਕ ਹੈ ਯਾਰ, ਉਹ ਮਾੜੀ ਜਿਹੀ ਗੱਲ ਦਾ ਗੁੱਸਾ ਕਰ ਜਾਂਦਾ, ਜਾਨੀ ਮਾੜਾ ਜਿਹਾ ਵੀ ਸਿਗਨਲ ਆਇਆ ਤੇ ਉਹਨੇ ਪਕੜ ਲੈਣਾ ਉਹਨੂੰ। अब समझ आ गई? ਹਾਂਜੀ। ਦੇਖੋ ਵੱਡੇ ਨੂੰ ਤਾਂ ਫੜਨਾ ਹੀ ਪੜਨਾ। ਰਿਸੀਵਰ ਦੀ ਇਨਪੁਟ ਤੇ ਜੇ ਹਾਈ ਵੋਲਟੇਜ ਆ ਗਈ, ਸਿਗਨਲ ਆ ਗਿਆ, ਉਹਨੂੰ ਤੇ ਉਹਨੇ ਪਕੜਨਾ ਹੀ ਪਕੜਨਾ। ਸਵਾਲ ਤਾਂ ਇਹ ਹੈ ਕਹਿਣਾ ਨਿੱਕੀ ਤੋਂ ਨਿੱਕੀ ਚੀਜ਼ ਘੱਟ ਤੋਂ ਘੱਟ ਵੋਲਟੇਜ ਸਿਗਨਲ ਨੂੰ ਪਕੜ ਕੇ ਦਿਖਾ, ਫਿਰ ਤੈਨੂੰ ਮੰਨਾਂਗੇ। ਇਹਦਾ ਮਤਲਬ ਫਿਰ ਜੇ ਰਿਸੀਵਰ ਜਿੰਨਾ ਸੈਂਸਿਟਿਵ ਜ਼ਿਆਦਾ ਹੋਊਗਾ, ਉਹਦੀ ਸੈਂਸਿਟੀਵਿਟੀ ਜ਼ਿਆਦਾ ਹੋਏਗੀ, ਉਨਾ ਉਹ ਵੀਕ ਸਿਗਨਲ ਨੂੰ ਰਿਸੀਵ ਕਰਨ ਦੀ क्षमता ਰੱਖੇਗਾ। ਅਬ ਸਮਝ ਆ ਗਈ? ਹਾਂਜੀ। ਬੋਲਦੇ ਨਹੀਂ। ਹਾਂਜੀ ਸਰ। ਹਾਂ, ਸੋ ਇਹ ਉਹਨੇ ਦਿਖਾਇਆ। ਆ ਦੇਖੋ
required input voltage is minimum at 850 kilowatts and increase on both sides of it. ਹੁਣ ਤੁਸੀਂ ਜੋ 850 ਦੇ ਜਦੋਂ ਲੈਫਟ ਜਾਵਾਂਗੇ ਤਾਂ ਵੀ ਵੋਲਟੇਜ ਵੱਧ ਰਹੀ ਆ, ਰਾਈਟ ਜਾਵਾਂਗੇ ਤਾਂ ਵੀ, ਠੀਕ ਨਹੀਂ। if two receivers A and B are available with the required input voltage, ਇੱਕ 4 ਮਾਈਕਰੋਵੋਲਟ ਵਾਲਾ ਤੇ ਇੱਕ 6 ਮਾਈਕਰੋਵੋਲਟ ਵਾਲਾ ਰਿਸਪੈਕਟਿਵਲੀ ਟੂ ਪ੍ਰੋਡਿਊਸ ਦੀ ਸਟੈਂਡਰਡ ਆਊਟਪੁੱਟ, ਇਹਦਾ ਮਤਲਬ ਕਿਹਦੀ ਵੋਲਟੇਜ ਘਟਿਆ ਫਿਰ ਪਹਿਲੇ ਵਾਲੇ ਦੀ, ਇਹਦਾ ਮਤਲਬ ਉਹ ਜ਼ਿਆਦਾ ਸੈਂਸਿਟਿਵ ਆ। ਸਮਝ ਆ ਗਈ ਵੀ ਉਹ ਜਿੰਨੀ ਘੱਟ ਵੋਲਟੇਜ ਨੂੰ ਪਿਕਅਪ ਕਰਨ ਦੀ ਅਬਿਲਿਟੀ ਰੱਖਦਾ ਉਨਾ ਹੀ ਰਿਸੀਵਰ ਜ਼ਿਆਦਾ ਸੈਂਸਿਟਿਵ ਆ। ਕਲੀਅਰ? Yes, sir. From the above curve, it is evident that radio receiver is the most sensitive at about 850 kilowatts. Sensitivity of the receiver is decided by the gain of RF and IF amplifiers. ਹੁਣ sensitivity ਨੂੰ decide ਕੌਣ ਕਰਦਾ? ਜਿਹੜਾ ਸੁਪਰ ਹਿਟਨ ਰੇਡੀਓ ਰਿਸੀਵਰ ਦੇ ਵਿੱਚ RF ਐਂਪਲੀਫਾਇਰ ਪਹਿਲੀ ਸਟੇਜ ਤੇ ਲੱਗਾ ਤੇ IF ਐਂਪਲੀਫਾਇਰ ਲੱਗਾ ਮਿਕਸਰ ਤੋਂ ਬਾਅਦ, ਇਹਨਾਂ ਦੋਨਾਂ ਦਾ ਗੇਨ ਜਿਹੜਾ ਹੋਣਾ, ਕਿਉਂਕਿ ਐਂਪਲੀਫਾਇਰ ਦਾ ਉਹਦਾ ਗੇਨ ਹੋਣਾ ਹੋਣਾ, ਉਹ ਗੇਨ ਡਿਸਾਈਡ ਕਰਦਾ ਕਿ ਕੋਈ ਪਾਰਟਿਕੂਲਰ ਰਿਸੀਵਰ ਕਿੰਨਾ ਕੁ ਸੈਂਸਿਟਿਵ ਹੈ। ਪਤਾ ਲੱਗ ਗਿਆ? ਬੋਲਦੀ ਨਹੀਂ ਕਲਾਸ। ਉਹ ਲੋ ਲਿਓ, ਕਿੱਥੇ ਗਏ ਤੁਸੀਂ? Yes, sir. Yes, sir. 6 ਬੱਚੇ ਜੋੜੇ ਸਰ। How to improve the sensitivity? Sensitivity of a radio receiver is dependent on RF and IF amplifier stages. By increasing the gains of these stages, it is possible to increase the sensitivity. ਇਹਨਾਂ ਦੋਨਾਂ ਸਟੇਜਾਂ ਦਾ ਗੇਨ ਵਧਾ ਦਿਓ, ਸੈਂਸਿਟੀਵਿਟੀ ਵੱਧ ਜੂਗੀ ਰੇਡੀਓ ਰਿਸੀਵਰ ਦੀ। ਮੇਜਰਮੈਂਟ ਕਿੱਦਾਂ ਕਰਨੀ? ਸੈਂਸਿਟੀਵਿਟੀ ਮੇਜਰਮੈਂਟ ਇਜ਼ ਕੈਰੀਡ ਆਊਟ ਅੰਡਰ ਸਟੈਂਡਰਡ ਟੈਸਟ ਕੰਡੀਸ਼ਨ। ਕਿੱਦਾਂ? AM signal is applied to the receiver through a standard coupling network known as dummy antenna. Amplitude modulated signal receiver ਨੂੰ ਦੇਣਾ ਆਪਾਂ standard coupling network ਦੇ through, ਉਹਨੂੰ ਅਸੀਂ dummy antenna ਵੀ ਬੋਲਦੇ ਹਾਂ। And the output power is measured by replacing the loudspeaker by an equal value of load resistance. ਆਊਟਪੁੱਟ ਕਿੱਥੇ ਮੇਜਰ ਕਰਨੀ ਹੈ? ਜਿੱਦਾਂ ਪਹਿਲਾਂ ਰੇਡੀਓ ਰਿਸੀਵਰ ਦੇ ਮੂਹਰੇ ਸਪੀਕਰ ਲੱਗਾ ਹੁੰਦਾ, ਉਹ ਵੀ ਤਾਂ ਇੱਕ ਕਿਸਮ ਦਾ ਲੋਡ ਹੀ ਆ, ਉਹਨੂੰ ਹਟਾ ਕੇ ਜਿੰਨੀ ਉਹਦੀ ਇੰਪੀਡੈਂਸ ਹੈ ਉਹਦੇ ਬਰਾਬਰ ਦੀ ਇੰਪੀਡੈਂਸ ਦਾ ਉੱਥੇ ਜਾਂ ਬਰਾਬਰ ਦੀ ਲੋਡ ਰੈਜ਼ਿਸਟੈਂਸ ਦਾ ਲੋਡ ਲਗਾ ਦਿਓ। ਤੇ ਸਟੈਂਡਰਡ AM ਸਿਗਨਲ ਐਟ 30% ਮੋਡੂਲੇਸ਼ਨ ਐਂਡ 400 ਹਰਟਜ਼ ਮੋਡੂਲੇਟਿੰਗ ਫ੍ਰੀਕੁਐਂਸੀ ਇਜ਼ ਅਪਲਾਈਡ ਟੂ ਦੀ ਰਿਸੀਵਰ ਥਰੂ ਦੀ ਡਮੀ ਐਂਟੀਨਾ। ਓਕੇ, ਜਿਹੜਾ ਐਂਪਲੀਟਿਊਡ ਮੋਡੂਲੇਟਡ ਸਿਗਨਲ ਹੈ ਉਹਦੇ ਵਿੱਚ ਮੋਡੂਲੇਸ਼ਨ ਇੰਡੈਕਸ ਦੀ ਵੈਲਿਊ ਕਿੰਨੀ ਆ? 30%। ਤੇ 400 ਹਰਟਜ਼ ਜਿਹੜਾ ਉਹ ਮੋਡੂਲੇਟਿੰਗ ਸਿਗਨਲ ਫ੍ਰੀਕੁਐਂਸੀ ਜਿਹਦੇ 'ਚ ਇਨਫੋਰਮੇਸ਼ਨ ਆ, ਉਹ ਆਪਾਂ ਡਮੀ ਐਂਟੀਨਾ ਦੀ ਇਨਪੁਟ ਰਿਸੀਵਰ ਦੇ ਜਿਹੜਾ ਡਮੀ ਐਂਟੀਨਾ ਲੱਗਾ ਜਿਹਨੂੰ ਕਪਲਿੰਗ ਨੈਟਵਰਕ ਬੋਲਦਾ, ਉਹਨੂੰ ਅਸੀਂ ਅਪਲਾਈ ਕਰਤਾ। ਹੁਣ ਅਸੀਂ ਕੀ ਕਰਨਾ? ਇਨਪੁਟ ਵੋਲਟੇਜ ਇਜ਼ ਰਿਕੁਆਇਰਡ ਟੂ obtain ਸਟੈਂਡਰਡ। ਅਸੀਂ ਕੀ ਕਰਨਾ? ਅਸੀਂ ਉਸ ਹਿਸਾਬ ਨਾਲ ਸਾਨੂੰ ਸਟੈਂਡਰਡ ਆਊਟਪੁੱਟ ਪਾਵਰ ਜਿਹੜੀ 50 ਮਿਲੀਵਾਟ ਦੀ ਚਾਹੀਦੀ ਆ, ਇੰਨੀ ਅਸੀਂ ਮੇਜਰ ਕਰਨੀ ਸਟੈਂਡਰਡ ਆਊਟਪੁੱਟ ਪਾਵਰ। ਇੰਨੀ ਆਊਟਪੁੱਟ ਲੈਣ ਵਾਸਤੇ ਸਾਨੂੰ ਜਿਹੜਾ ਇਨਪੁੱਟ ਵੋਲਟੇਜ ਹੈ ਉਹਨੂੰ ਸੈੱਟ ਕਰਨਾ ਪੈਣਾ। ਉਹਨੂੰ ਸੈੱਟ ਕਰਨਾ ਪੈਣਾ ਕਿੱਦਾਂ? ਇੱਥੇ ਮੇਰੇ ਕੋਲ ਡਾਇਗਰਾਮ ਦਿਖਾ ਲਈ ਉਹਨੇ। ਯੈਸ, ਆ ਦੇਖੋ, ਸੈਟਅਪ ਟੂ ਮੇਜਰ ਦੀ ਸੈਂਸਿਟੀਵਿਟੀ ਐਂਡ ਸਿਲੈਕਟਿਵਿਟੀ। ਠੀਕ ਹੈ, ਸੈਂਸਿਟੀਵਿਟੀ ਵਾਸਤੇ ਵੀ ਤੇ ਸਿਲੈਕਟਿਵਿਟੀ ਵਾਸਤੇ ਵੀ। ਗੁੱਡ। ਆ ਦੇਖੋ, ਇੱਥੇ AM ਸਿਗਨਲ ਜਨਰੇਟਰ ਹੈ, ਇੱਥੇ ਮੋਡੂਲੇਟਿੰਗ ਸਿਗਨਲ ਫ੍ਰੀਕੁਐਂਸੀ 400 ਹਰਟਜ਼ ਰੱਖਤੀ, ਮੋਡੂਲੇਸ਼ਨ ਇੰਡੈਕਸ 30% ਰੱਖਤਾ, ਤੇ ਇਹਨੇ AM ਸਿਗਨਲ ਜਿਹੜਾ ਪ੍ਰੋਡਿਊਸ ਕਰਤਾ, ਰੇਡੀਓ ਰਿਸੀਵਰ ਦੇ ਅੱਗੇ ਆ ਡਮੀ ਐਂਟੀਨਾ ਲਗਾਤਾ ਜਿਹੜਾ ਕਪਲਿੰਗ ਨੈਟਵਰਕ ਦੇ ਥਰੂ ਆ। ਠੀਕ ਹੈ, ਤੇ ਰੇਡੀਓ ਰਿਸੀਵਰ ਦੇ ਵਿੱਚ ਆ ਵੋਲੀਅਮ ਕੰਟਰੋਲ ਹੈਗਾ, ਤੇ ਉਹ ਅੱਗੇ ਸਵਿਚ ਲਗਾਇਆ। ਠੀਕ ਹੈ, ਜੇ ਸਵਿਚ ਕਲੋਜ਼ ਕਰ ਦੇਣਾ ਸਪੀਕਰ ਚੱਲ ਪਊਗਾ। ਸਪੀਕਰ ਦੀ ਹਟਾ ਕੇ ਇਹਦੇ ਬਰਾਬਰ ਦੀ ਜਿੰਨੀ ਇੰਪੀਡੈਂਸ ਹੈ ਜਾਂ ਰੈਜ਼ਿਸਟੈਂਸ ਹੈ ਇਹਦੇ ਇਕੁਅਲੈਂਟ ਬਰਾਬਰ ਇੱਥੇ ਲੋਡ ਰੈਜ਼ਿਸਟੈਂਸ ਲਗਾਤਾ। ਹੁਣ ਇਹਦੇ ਕ੍ਰਾਸ ਕਿੰਨੀ ਪਾਵਰ ਬਣਦੀ ਹੈ ਉਹਦੇ ਮੂਹਰੇ ਪਾਵਰ ਮੀਟਰ ਲਗਾਤਾ। ਠੀਕ ਹੈ, ਮੂਹਰੇ ਪਾਵਰ ਮੀਟਰ ਲਗਾਤਾ। ਆਪਾਂ ਪੜ੍ਹਦੇ ਇਹਨੂੰ ਕਿੱਦਾਂ? ठीक है, input voltage required to obtain a standard output power of 50 milliwatt is measured. This gives the sensitivity of the receiver. ਹੁਣ ਆ मतलब ਇੰਨੀ ਸਾਨੂੰ ਸਟੈਂਡਰਡ। ਅੱਛਾ, ਸੈਂਸਿਟੀਵਿਟੀ ਕੀ ਹੋਈ? ਜਿਹੜੀ ਇਨਪੁਟ ਵੋਲਟੇਜ ਅਸੀਂ ਉਹਨਾਂ ਐਡਜਸਟ ਕਰਕੇ ਦਿੱਤੀ ਤਾਂ ਕਿ ਸਾਨੂੰ ਸਟੈਂਡਰਡ ਆਊਟਪੁੱਟ ਪਾਵਰ 50 ਮਿਲੀਵਾਟ ਮਿਲ ਸਕੇ। ਅਸਲ 'ਚ ਜਿਹੜੀ ਇਨਪੁਟ ਵੋਲਟੇਜ ਹੈ ਉਹੀ ਸੈਂਸਿਟੀਵਿਟੀ ਆ, ਪਰ ਇਹ ਕਿੰਨੀ ਕੁ ਦੇਣੀ ਆ ਤਾਂ ਕਿ ਸਾਨੂੰ ਇੰਨੀ ਆਊਟਪੁੱਟ ਮਿਲ ਸਕੇ। ਪੈਰਾਮੀਟਰ ਆ ਦਿੱਤੇ ਨੇ। ਐਂਪਲੀਟਿਊਡ ਮੋਡੂਲੇਟਡ ਸਿਗਨਲ ਜਿਹੜਾ ਰਿਸੀਵਰ ਦੀ ਇਨਪੁਟ ਤੇ ਆ ਰਿਹਾ ਉਹ 30% ਮੋਡੂਲੇਸ਼ਨ ਆ ਰਿਹਾ, ਤੇ 400 ਹਰਟਜ਼ ਦੀ ਉਹਦੇ ਵਿੱਚ ਮੋਡੂਲੇਟਡ ਸਿਗਨਲ ਫ੍ਰੀਕੁਐਂਸੀ ਜਿਹਦੇ 'ਚ ਇਨਫੋਰਮੇਸ਼ਨ ਹੈ ਉਹ ਆਪਾਂ ਰਿਸੀਵਰ ਨੂੰ ਡਮੀ ਐਂਟੀਨਾ ਦੇ ਥਰੂ ਅਪਲਾਈ ਕਰ ਦਿੰਦੇ ਆ। ਠੀਕ ਹੈ, ਹੁਣ ਸਾਨੂੰ ਸਟੈਂਡਰਡ ਆਊਟਪੁੱਟ ਪਾਵਰ ਜਿਹੜੀ 50 ਮਿਲੀਵਾਟ ਚਾਹੀਦੀ ਆ, ਉਹਦੇ ਲਈ ਅਸੀਂ ਵੋਲਟੇਜ ਨੂੰ ਐਡਜਸਟ ਕਰਨਾ। ਮਤਲਬ ਜਿਹੜੀ ਐਡਜਸਟ ਕੀਤੀ ਹੋਈ ਵੋਲਟੇਜ ਜਿਹਦੇ ਅਗੇਂਸਟ ਸਾਨੂੰ 50 ਮਿਲੀਵਾਟ ਪਾਵਰ ਮਿਲ ਜਾਏ,
ਅਸੀਂ ਉਸ ਵੋਲਟੇਜ ਨੂੰ ਕਹਿੰਦੇ ਕਿ ਉਹ ਰਿਸੀਵਰ ਦੀ ਸੈਂਸਿਟੀਵਿਟੀ ਹੈ। ਕਲੀਅਰ? ਸੋ ਸੈਂਸਿਟੀਵਿਟੀ ਇਜ਼ ਕੈਰੀਡ ਆਊਟ ਵਿਦ ਦੀ ਵੋਲਿਊਮ ਕੰਟਰੋਲ ਸਰ at its full volume position। ਅੱਛਾ, ਆਪਾਂ ਜਿਹੜਾ ਵੋਲਿਊਮ ਕੰਟਰੋਲ ਨੋਬ ਹੈ ਉਹਨੂੰ ਫੁੱਲ ਵੋਲਿਊਮ ਪੋਜੀਸ਼ਨ ਤੇ ਆਪਾਂ ਐਡਜਸਟ ਕਰ ਦਿੰਦੇ ਆ। ਕੀ ਆਂਦਾ ਆ ਦੇਖੋ ਪੈਰਾਮੀਟਰ ਤੇ ਐਡਜਸਟ ਦੀ ਕੈਰੀ ਫ੍ਰੀਕੁਐਂਸੀ ਆਫ ਦੀ ਏਮ ਸਿਗਨਲ। ਅੱਛਾ, ਏਐਮ ਸਿਗਨਲ ਜਿਹੜਾ ਆ ਉਹ ਤਾਂ ਮੀਡੀਅਮ ਵੇਵ ਬੈਂਡ ਜਿਹੜਾ 530 ਜਾਂ 35 ਤੋਂ ਸਟਾਰਟ ਹੁੰਦਾ, 1635 ਜਾਂ 1640 ਤੇ ਸਟਾਪ ਹੁੰਦਾ। ਉਹ ਫਸਟ ਹੈਂਡ ਆ, ਉਹ ਲਾਸਟ ਹੈਂਡ ਆ। ਕਹਿੰਦਾ ਚਲੋ ਪਹਿਲਾਂ ਫਸਟ ਹੈਂਡ ਤੇ ਲੈ ਲਓ। ਫਸਟ ਹੈਂਡ ਤੇ ਜਿੱਥੋਂ ਸਟਾਰਟ ਹੀ ਹੁੰਦਾ ਮੀਡੀਅਮ ਵੇਵ ਸਿਗਨਲ AM ਸਿਗਨਲ, ਕਿਉਂਕਿ ਉਸੇ ਰੇਂਜ 'ਚ ਹੈ। adjust the carrier frequency of AM signal at 530 kilohertz, then adjust the output voltage of the signal generator to get a standard output voltage। ਹੁਣ ਫਿਰ ਜਿਹੜਾ ਇੱਥੇ ਸਿਗਨਲ ਜਨਰੇਟਰ ਲੱਗਾ ਇਹਦੀ ਵੋਲਟੇਜ ਨੂੰ ਇਸ ਹਿਸਾਬ ਨਾਲ ਐਡਜਸਟ ਕਰਨਾ ਕਿ ਸਾਨੂੰ ਪਾਵਰ ਮੀਟਰ ਜਿਹੜਾ 50 ਮਿਲੀ ਵਾਟ ਦੀ ਵੋਲਟੇਜ ਦਿਖਾ ਸਕੇ। ਕਿਹਦੇ ਅਕ੍ਰੋਸ? ਆਰ ਇਕੁਇਵਲੈਂਟ ਦੇ ਅਕ੍ਰੋਸ। ਤੋਂ ਮੇਜਰ ਦੀ ਕੋਰਸਪੋਂਡਿੰਗ ਇਨਪੁਟ ਵੋਲਟੇਜ। ਹੁਣ ਜਿੰਨੀ ਵੋਲਟੇਜ ਇਥੋਂ ਅਸੀਂ ਸੈੱਟ ਕੀਤੀ ਆ ਤਾਂ ਕਿ ਆਰ ਇਕੁਇਵਲੈਂਟ ਦੇ ਅਕ੍ਰੋਸ ਇਹ ਪਾਵਰ ਮੀਟਰ 50 ਮਿਲੀ ਵਾਟ ਦੀ ਰੀਡਿੰਗ ਨੂੰ ਪੜ੍ਹ ਸਕੇ। ਅਸੀਂ ਇਹ ਦੇਖਣਾ ਕਿੰਨੀ ਵੋਲਟ ਦੇ ਅਗੇਂਸਟ, ਤੇ ਜਿਹੜੀ ਏਐਮ ਸਿਗਨਲ ਜਨਰੇਟਰ ਉਹ ਵੋਲਟ ਜਨਰੇਟ ਕੀਤੀ ਆ ਉਹੋ ਹੀ ਸਾਡੀ ਉਹ ਕੀ ਹੋ ਗਈ ਸਾਡੀ ਮੇਜਰ ਦੀ ਕੋਰਸਪੋਂਡਿੰਗ ਇਨਪੁਟ ਵੋਲਟੇਜ। ਠੀਕ ਹੈ, ਉਹਨੂੰ ਅਸੀਂ ਮੇਜਰ ਕਰ ਲੈਣਾ। ਆਰ ਇਕੁਇਵਲੈਂਟ ਇਜ਼ ਇਕੁਅਲ ਟੂ ਦੀ ਲੋਡ ਰੈਜ਼ਿਸਟੈਂਸ। ਫਿਰ ਇਸੇ ਤਰੀਕੇ ਨਾਲ ਇਸ ਤੀਜੇ ਸਟੈਪ ਨੂੰ ਫਿਰ ਅਸੀਂ ਅਲੱਗ-ਅਲੱਗ ਕੈਰੀਅਰ ਫ੍ਰੀਕੁਐਂਸੀ ਦੀ, ਜਿੱਦਾਂ ਹੁਣ 530 ਤੋਂ ਲੈ ਕੇ 1650 ਕਿਲੋ ਹਰਟਸ, ਇਹਦੇ ਵਿੱਚ 850 ਵੀ ਆਉਂਦੀ ਆ, 722 ਕਿਲੋ ਹਰਟਸ ਵੀ ਆਉਂਦੀ ਆ, 1350 ਕਿਲੋ ਹਰਟਸ ਵੀ ਆਉਂਦੀ ਆ। ਤੋਂ ਕਿਸੇ ਵੀ ਅਲੱਗ-ਅਲੱਗ ਕੈਰੀਅਰ ਫ੍ਰੀਕੁਐਂਸੀ ਤੇ ਇਹਨੂੰ ਟਿਊਨ ਕਰਕੇ ਅਸੀਂ ਸਿਗਨਲ ਦੀ ਆਊਟਪੁੱਟ ਜਿਹੜੀ ਆ 50 ਮਿਲੀ ਵਾਟ ਕੱਢਣੀ ਆ। ਉਹਦੇ ਲਈ ਐਡਜਸਟ ਕਿਹਨੂੰ ਕਰਨਾ? ਕੈਰੀਅਰ ਮੋਡੂਲੇਟਿਵ ਫ੍ਰੀਕੁਐਂਸੀ ਇੰਨੀ ਰੱਖਣੀ, ਐਮਬੀ ਇੰਨਾ ਰੱਖਣਾ, ਸਿਰਫ ਕੈਰੀਅਰ ਫ੍ਰੀਕੁਐਂਸੀ ਜਿਹੜੀ ਆ ਉਹਨੂੰ ਵੇਰੀ ਕਰਨਾ ਅਲੱਗ-ਅਲੱਗ ਤੇ। ਉਸ ਤੋਂ ਬਾਅਦ ਇਹਦੀ ਵੋਲਟੇਜ ਨੂੰ ਐਡਜਸਟ ਕਰਨਾ ਤਾਂ ਕਿ ਸਾਨੂੰ 50 ਮਿਲੀ ਵਾਟ ਇਸ ਪਾਵਰ ਮੀਟਰ ਦੇ ਦੁਆਰਾ ਮਿਲ ਸਕੇ। ਔਰ ਉਹ ਵੋਲਟ ਵਾਟੇਜ ਕਿਹਦੇ ਅਕ੍ਰੋਸ ਹੋਣੀ ਆ? ਆਰ ਇਕੁਇਵਲੈਂਟ ਦੇ ਅਕ੍ਰੋਸ। ਕਲੀਅਰ? ਯੈਸ ਸਰ। ਹਾਂ, ਯੈਸ ਸਰ। ਇਸੇ ਕਰ ਇਹ ਤੀਜੇ ਸਟੈਪ ਨੂੰ ਅਸੀਂ 530 ਤੋਂ ਲੈ ਕੇ 1650 ਕਿਲੋ ਹਰਟਸ ਦੇ ਵਿੱਚ ਮੀਡੀਅਮ ਵੇ ਬੈਂਡ ਦੇ ਵਿੱਚ, ਜੇ ਤੋਂ ਮੈਂ ਤੁਹਾਨੂੰ ਕਿਹਾ 530 ਵੀ ਆਉਂਦੀ ਆ, 600 ਵੀ ਆਉਂਦੀ, 650 ਵੀ ਆਉਂਦੀ, 722 ਕਿਲੋ ਹਰਟਸ ਦੀ, 702 ਵੀ ਆਉਂਦੀ। ਜਿੱਥੇ ਉਰਦੂ ਸਰਵਿਸ ਚੱਲਦੀ ਹੈ, ਸ਼ਿਮਲਾ ਰੇਡੀਓ ਸਟੇਸ਼ਨ ਚੱਲਦਾ 850 ਵੀ ਹੈਗਾ, 873 ਕਿਲੋ ਹਰਟਸ ਤੇ ਜਲੰਧਰ ਰੇਡੀਓ ਸਟੇਸ਼ਨ ਚੱਲਦਾ, 1350 ਕਿਲੋ ਹਰਟਸ ਤੇ ਵਿਵਧ ਭਾਰਤੀ ਚੱਲਦਾ। ਤੋ ਇਸ ਤਰੀਕੇ ਨਾਲ ਐਡਾ ਵੱਡਾ ਬੈਂਡ ਹੈ, ਇਹਦੇ ਵਿੱਚ ਬਹੁਤ ਸਾਰੇ ਚੈਨਲ ਨੇ। ਹਰ ਇੱਕ ਚੈਨਲ ਨੂੰ ਇੱਕ ਅਲੱਗ ਕੈਰੀਅਰ ਫ੍ਰੀਕੁਐਂਸੀ ਟਿਊਨ ਦਿੱਤੀ ਹੋਈ ਹੈ, ਨਿਰਧਾਰਿਤ ਕੀਤੀ ਹੋਈ ਹੈ, ਐਲੋਕੇਟ ਕੀਤੀ ਹੋਈ ਹੈ। ਠੀਕ ਹੈ, ਰਿਸੀਵਰ ਦੀ ਸੈਂਸਿਟੀਵਿਟੀ ਮੇਜਰ ਕਰਨ ਵਾਸਤੇ ਮੈਂ ਤੈਨੂੰ ਪਹਿਲਾਂ ਕਿਹਾ ਕਿ ਸਪੀਕਰ ਲਾ ਕੇ ਮੋਰੇ ਡੰਮੀ ਆਰ ਇਕੁਇਵਲੈਂਟ ਉਹਦੇ ਬਰਾਬਰ ਦਾ ਰੈਜ਼ਿਸਟੈਂਸ ਰੱਖ ਲਓ। ਉਧਰਲੇ ਪਾਸੇ ਕੋਰਸਪੋਂਡਿੰਗ ਜਿਹੜਾ ਕਪਲਿੰਗ ਨੈਟਵਰਕ ਹੈ ਉਹਦੀ ਜਗ੍ਹਾ ਡੰਮੀ ਐਂਟੀਨਾ ਲੈ ਲਓ, ਤੇ ਡੰਮੀ ਐਂਟੀਨਾ ਦੇ ਥਰੂ ਅਸੀਂ ਜਿਹੜੀ ਇਨਪੁਟ ਵੇਵ ਹੈ AM ਵੇਵ ਉਹ ਦੇਣੀ ਹੈ, ਜਿਹਦੇ ਵਿੱਚ ਐਂਪਲੀਟਿਊਡ ਮੋਡੂਲੇਸ਼ਨ ਇੰਡੈਕਸ 30% ਤੇ ਮੋਡੂਲੇਟਿੰਗ ਸਿਗਨਲ ਦੀ ਫ੍ਰੀਕੁਐਂਸੀ 400 ਹਰਟਸ ਹੈ। ਔਰ ਜਿਹੜਾ ਅਸੀਂ ਕੈਰੀਅਰ ਸਿਲੈਕਟ ਕਰਨੀ ਹੈ ਉਹ ਮੀਡੀਅਮ ਵੇ ਬੈਂਡ ਦੇ ਵਿੱਚੋਂ ਕੋਈ ਫ੍ਰੀਕੁਐਂਸੀ ਸਿਲੈਕਟ ਕਰ ਲਓ। ਠੀਕ ਹੈ, ਫਿਰ AM ਸਿਗਨਲ ਜਨਰੇਟਰ ਤੋਂ ਵੋਲਟੇਜ ਇਸ ਹਿਸਾਬ ਨਾਲ ਐਡਜਸਟ ਕਰਨੀ ਕਿ ਸਾਨੂੰ 50 ਮਿਲੀ ਵਾਟ ਪਾਵਰ ਮੀਟਰ ਪੜ ਸਕੇ ਹਰ ਵਾਰੀ। ਠੀਕ ਹੈ, ਉਹਨੂੰ ਸਟੈਂਡਰਡ ਆਊਟਪੁੱਟ ਕਹਿੰਦਾ। ਕਲੀਅਰ? ਆ ਦੇਖੋ ਅਸੀਂ ਆ ਦੇਖੋ ਅਲੱਗ-ਅਲੱਗ ਕੈਰੀਅਰ ਫ੍ਰੀਕੁਐਂਸੀ ਤੇ ਅਸੀਂ ਜਿਹੜੀ ਇਨਪੁਟ ਵੋਲਟੇਜ ਨੂੰ ਐਡਜਸਟ ਕਰਨਾ ਤਾਂ ਕਿ ਸਾਨੂੰ ਸਟੈਂਡਰਡ ਆਊਟਪੁੱਟ ਜਿਹੜੀ 50 ਮਿਲੀ ਵਾਟ ਮਿਲ ਸਕੇ। ਇਨਪੁਟ ਵੋਲਟੇਜ ਕਿਹਦੀ? ਉਹ AM ਜਨਰੇਟਰ ਦੀ, ਪਹਿਲੇ ਦੀ। ਪਤਾ ਲੱਗ ਗਿਆ? ਓਏ ਬੋਲੋ ਓਏ, ਸਰ ਕਿੱਥੇ ਗਏ? ਆ ਹੁਣ ਬੱਚੇ ਕਿੱਥੇ ਗਏ? ਦੇਖ ਲਾ, ਹਰਨੇਕ, ਗੁਰਚਰਨ, ਨੈਂਸੀ, ਸਹਿਜਵੀਰ, ਬਾਕੀ ਵੀ ਚਲੇ ਗਏ। ਅਜੇ ਚਲਾ ਗਿਆ, 2 ਜਣੇ ਹੋਰ ਵੀ ਚਲੇ ਗਏ। ਇਹਨਾਂ ਦੇ ਮੈਂ ਛਿੱਤਰ ਫਿਰ ਬੇਟੇ ਔਖੇ ਹੋਵੋਗੇ ਤੁਸੀਂ, ਠੀਕ ਨਹੀਂ? ਇਸ ਤਰੀਕੇ ਨਾਲ ਇਹ ਆਪਾਂ ਸੈਂਸਿਟੀਵਿਟੀ ਦਾ ਗ੍ਰਾਫ ਮੰਨ ਲਓ, ਸੈਂਸਿਟੀਵਿਟੀ ਵਰਸਸ ਮੀਡੀਅਮ ਵੇਵ ਬੈਂਡ ਦੀ ਫ੍ਰੀਕੁਐਂਸੀ ਉਹ ਚ ਡਰਾ ਕਰ ਸਕਦੇ। ਸਿਲੈਕਟਿਵਿਟੀ ਕੀ ਆ? ਲਈ ਵੀ ਇਹੀ ਸਰਕਟ ਚਾਹੀਦਾ। ਸਿਲੈਕਟਿਵਿਟੀ ਆਫ ਰਿਸੀਵਰ ਇਜ਼ ਇਟਸ ਐਬਿਲਿਟੀ ਟੂ ਰਿਜੈਕਟ ਅਨਵਾਂਟਡ। ਹੁਣ ਇੱਥੇ ਟਿਊਨਿੰਗ ਕਰਨੀ ਆ ਵੀ ਆਹ ਪਰਟੀਕੂਲਰ ਚੈਨਲ ਨੂੰ ਅਸੀਂ ਸਿਲੈਕਟ ਕਰਨਾ, ਬਾਕੀਆਂ ਨੂੰ ਰਿਜੈਕਟ ਕਰਨਾ। ਉਹ ਕਹਿੰਦਾ ਨੇ ਰਿਜੈਕਟ ਅਨਵਾਂਟਡ ਸਿਗਨਲ। ਇਟ ਇਜ਼ ਐਕਸਪ੍ਰੈਸਡ ਐਜ਼ ਅ ਕਰਵ ਐਜ਼ ਸ਼ੋਨ ਇਨ 3.33। ਇਹ ਕਿੱਥੇ ਦਿਖਾ ਲਈ ਉਹਨੇ? 3.33। ਯੈਸ, ਆ ਟਿਪੀਕਲ ਸਿਲੈਕਟਿਵਿਟੀ ਕਰਵ।
ਥੱਲੇ ਹੈਗੀ ਆ ਡੈਵੀਏਸ਼ਨ ਫਰੋਮ ਰੈਜ਼ੋਨੈਂਟ ਫ੍ਰੀਕੁਐਂਸੀ, ਠੀਕ ਆ ਸਾਰੀ ਰੈਜ਼ੋਨੈਂਟ ਫ੍ਰੀਕੁਐਂਸੀ ਆ। ਮੰਨ ਲਓ ਇੱਥੋਂ ਇੱਧਰ ਨੂੰ ਕਿੰਨੀ ਕੁ ਡੈਵੀਏਟ ਹੋਈ, ਲੈਫਟ ਨੂੰ ਕਿੰਨੀ ਕੁ ਡੈਵੀਏਟ ਹੋਈ, ਤੇ ਜਿਹੜੀ ਆਪਾਂ ਅਟੈਨੂਏਸ਼ਨ ਮੇਜਰ ਹੋ ਰਹੀ ਹੈ ਅਸਲ 'ਚ। ਜਾਂ ਇਹ ਕਹੀਏ ਵੀ ਅਟੈਨੂਏਸ਼ਨ ਇਨਕਰੀਜ਼ਸ ਐਜ਼ ਵੀ ਗੋ ਅਵੇ ਫਰੋਮ ਦ ਟਿਊਨਡ ਫ੍ਰੀਕੁਐਂਸੀ ਆਬਵੀਅਸਲੀ। ਮੰਨ ਲਓ ਮੈਂ ਰਿਸੀਵਰ ਨੂੰ 950 ਕਿਲੋ ਹਰਟਜ਼ ਤੇ ਟਿਊਨ ਕਰਨਾ ਹੈ ਨਾ, ਉੱਥੇ ਦਾ ਫਿਰ ਜਿੱਥੇ ਮੈਂ ਟਿਊਨ ਕਰਤਾ ਉੱਥੇ ਅਟੈਨੂਏਸ਼ਨ ਕੀ ਹੈ, 0 ਘੱਟ। ਮੰਨ ਲਓ ਸਿਗਨਲ ਦਾ ਕੋਈ ਲਾਸ ਨਹੀਂ। अब समझ आ गई? हेलो हेलो Yes, sir. Yes, sir. जिस पर्टिकुलर फ्रीकुएंसी ਤੇ ਮੈਂ ਸਿਗਨਲ ਨੂੰ ਟਿਊਨ ਕਰਨਾ ਉੱਥੇ ਅਟੈਨੂਏਸ਼ਨ ਕਿੰਨੀ ਹੋਣੀ ਚਾਹੀਦੀ, 0। ਅਗਰ ਉਤੋਂ ਮੈਂ ਲੈਫਟ ਨੂੰ ਜਾਣਾ ਜਾਂ ਰਾਈਟ ਨੂੰ ਜਾਣਾ, ਜਾਨੀ ਇਹ ਤੋਂ ਲੈਫਟ ਨੂੰ ਵੀ ਫ੍ਰੀਕੁਐਂਸੀ ਮੈਂ ਡੈਵੀਏਟ ਹੋ ਰਹੀ, ਰਾਈਟ ਨੂੰ ਵੀ ਹੋ ਰਹੀ, ਤੇ ਫਿਰ ਸਾਡੀ ਅਟੈਨੂਏਸ਼ਨ ਵੱਧਦੀ ਜਾਏਗੀ। ਸਮਝ ਆ ਗਈ? ਇਹ ਆ ਸਿਲੈਕਟਿਵਿਟੀ ਕਰਵ। ਮਤਲਬ ਜਿੱਦਾਂ ਹੁਣ ਮੈਂ ਕਹਿੰਦਾ ਕਿ ਮੈਨੂੰ 873 ਕਿਲੋ ਹਰਟਜ਼ ਚਾਹੀਦਾ, 873 ਕਿਲੋ ਹਰਟਜ਼ ਰੇਡੀਓ ਸਟੇਸ਼ਨ ਜਲੰਧਰ ਦੀ ਮੀਡੀਅਮ ਵੇਵ ਸਿਗਨਲ ਦੀ ਫ੍ਰੀਕੁਐਂਸੀ ਹੈ, ਮੀਡੀਅਮ ਵੇਵ ਸਿਗਨਲ ਦੀ ਫ੍ਰੀਕੁਐਂਸੀ। ਮੈਂ ਕਿੰਨੇ ਕੁ ਪਰਸੈਂਟ ਮੈਂ ਉਸ 873 ਜੋ ਮੈਂ ਜੇ 10 ਐਡ ਵੀ ਕਰ ਦੇਣਾ 883 ਹੋ ਗਿਆ, ਜਾਂ 10 ਜਾਂ 20 ਵੀ ਐਡ ਕਰ ਦੇਣਾ ਤੇ 893 ਹੋ ਗਿਆ, ਜਾਂ ਉਧਰੋਂ 20 ਘਟਾ ਦੇਣਾ, ਠੀਕ ਹੈ, 873 ਦੇ ਵਿੱਚੋਂ ਤੇ 853 ਹੋ ਗਿਆ। ਉੱਥੇ ਨੈਚੁਰਲੀ 10-10 ਕਿਲੋ ਹਰਟਜ਼ ਇੱਕ ਸਾਈਡ ਨੂੰ ਮੈਂ ਚਲਾ ਗਿਆ, ਫ੍ਰੀਕੁਐਂਸੀ ਉੱਥੇ ਜ਼ਿਆਦਾ ਉਹ ਨਹੀਂ ਸਿਲੈਕਟ ਹੋਣੀ, ਤੇ ਮਤਲਬ ਫਿਰ ਉੱਥੇ ਸਾਡੀ ਅਟੈਨੂਏਸ਼ਨ ਵੱਧ ਜਾਣੀ ਉਹਨਾਂ ਜਗ੍ਹਾ ਤੇ। ਸਮਝ ਆਈ? ਪਾਰਟਿਕੂਲਰ ਫ੍ਰੀਕੁਐਂਸੀ ਸਿਗਨਲ ਤੋਂ ਰਿਸੀਵਡ, ਜਿੱਥੇ ਅਸੀਂ ਰਿਸੀਵਰ ਨੂੰ ਟਿਊਨ ਕੀਤਾ ਉਤੋਂ ਉਸ ਫ੍ਰੀਕੁਐਂਸੀ ਤੇ ਚਾਹੇ ਲੈਫਟ ਨੂੰ ਚਾਹੇ ਰਾਈਟ ਨੂੰ, ਆਈਦਰ ਵੇ ਅਸੀਂ ਅਗਰ ਜਦੋਂ ਜਾਣਦੇ ਹਾਂ ਜਾਂ ਸਿਗਨਲ ਡੈਵੀਏਟ ਹੁੰਦਾ ਤੇ ਉਹਦੀ ਅਟੈਨੂਏਸ਼ਨ ਹੋਣੀ। ਅਟੈਨੂਏਸ਼ਨ ਦਾ ਮਤਲਬ ਸਿਗਨਲ ਦਾ ਲਾਸ ਹੋਣਾ। ਕਲੀਅਰ? ਹਾਂਜੀ ਸਰ। ਓਏ ਉਹ ਕਲਾਸ ਕਿੱਥੇ ਗਈ ਓਏ? ਇਹ ਕਿੱਦਾਂ ਦੀ ਕਲਾਸ ਆ ਬਈ? ਮੈਂ ਦੇਖਿਆ ਇੱਕ ਜੁੜੇ ਬੱਚੇ 4 ਆ ਸਿਰਫ, ਬਾਕੀ ਚਲੇ ਗਏ ਹਨਾ, ਕੋਈ ਗੱਲ ਨਹੀਂ। तो ये देखो इट शोज दैट रिसीवर ऑफर्स ए मिनिमम रिजेक्शन एट 950, तो उत्ते नैचुरली मिनिमम रिजेक्शन का मतलब अटेन्यूएशन है ही नहीं, उत्ते सिग्नल पूरे का पूरा मिलता एट दी ट्यून्ड फ्रीक्वेंसी, बट रिजेक्शन इंक्रीजेस जिद्दां असीं इनपुट सिग्नल इत्थों 950 तो आले दुआले बोथ साइड नूं डेविएट करदा, फिर उहदी रिजेक्शन वध जांदी है। Selectivity of a supercritical radio receiver is determined by the frequency response characteristics of the IF amplifier। हुण जिहड़ा IF amplifier है उहदियां frequency response characteristics किदां दियां, उत्थों सिग्नल सिलेक्ट होना। रिस्पॉन्सेज ऑफ द मिक्सर एंड RF एम्पलीफायर स्टेजेस आल्सो प्ले स्मॉल बट सिग्निफिकेंट। RF एम्पलीफायर दा ते मिक्सर दा रिस्पॉन्स भी सिग्निफिकेंट रोल अदा प्ले करता, बहुता नहीं पर जे थोड़ा करता तो वह अहम करता, पर ज़्यादा IF एम्पलीफायर की जिहड़ियां फ्रीक्वेंसी रिस्पॉन्स करैक्टरिस्टिक्स है वो सुपर हीटर रेडियो रिसीवर दे विच सिलेक्टिविटी लई अहम ने। सिलेक्टिविटी डिसाइड की करती है रिसीवर दी एडजेसेंट चैनल रिजेक्शन। बई एडजेसेंट चैनल मीन जिहदा 950 किलो वाले दे आले दुआले किहड़े चैनल ने उन्होंने रिजेक्ट करने की कैपेबिलिटी है, सिर्फ 950 नूं सिलेक्ट करना। क्लीयर? हेलो? Yes, sir. भी जिस पर्टिकुलर सिग्नल ते फ्रीकुएंसी नूं जां जिस पर्टिकुलर फ्रीकुएंसी ते रिसीवर नूं ट्यून करता उत्थे ओहदी सिलेक्टिविटी होगी, उतों आले दुआले वाले सिग्नल जिहड़े आ ਜਿਹੜੇ ਚੈਨਲ ਆ ਉਹਨੂੰ ਰਿਜੈਕਟ ਕਰਨ ਦੀ ਕੈਪੇਬਿਲਿਟੀ ਰੱਖੇ, ਉਹਨੂੰ ਸਿਲੈਕਟਿਵਿਟੀ ਕਹਿੰਦੇ ਆ। ਹਾਇਰ ਦੀ ਸਿਲੈਕਟਿਵਿਟੀ ਬੈਟਰ ਦੀ ਐਡਜੈਸੈਂਟ ਚੈਨਲ ਰਿਜੈਕਸ਼ਨ ਐਂਡ ਲੈਸ ਇਜ਼ ਦੀ ਐਡਜੈਸੈਂਟ ਚੈਨਲ ਇੰਟਰਫੇਰੈਂਸ। तो ਜਿੰਨੀ ਸਿਲੈਕਟਿਵਿਟੀ ਜ਼ਿਆਦਾ ਉਨੀ ਜਿਹੜੇ ਨਾਲ ਲੱਗਦੇ ਗੁਆਂਢੀ ਚੈਨਲ ਹੈ ਉਹਨੂੰ ਰਿਜੈਕਟ ਕਰਨ ਦੀ ਕੈਪੇਬਿਲਿਟੀ ਵੀ ਉਹਦੇ ਕੋਲ ਜ਼ਿਆਦਾ, ਠੀਕ ਨਹੀਂ, ਤੇ ਐਡਜੈਸੈਂਟ ਚੈਨਲ ਦੀ ਫਿਰ ਇੰਟਰਫੇਰੈਂਸ ਘਟ ਜਾਊਗੀ। ਪਤਾ ਲੱਗ ਗਿਆ? ਹਾਂਜੀ ਸਰ। ਹਾਂ ਇਦਾਂ, ਠੀਕ ਨਹੀਂ। ਇਹਦੀ ਕੀ ਸਿਲੈਕਟਿਵਿਟੀ ਨੂੰ ਮੇਜਰ ਕੰਡੀਸ਼ਨਸ ਆ ਦੇਖ ਲਓ। ਹੁਣ 10 ਮਿੰਟ ਰਹਿ ਗਏ, ਤੁਸੀਂ ਜੁੜਦੇ ਹੀ ਨਹੀਂ। ਮੈਂ ਕੰਡੀਸ਼ਨਸ ਆਫ ਮੇਜਰਮੈਂਟ ਆਫ ਸਿਲੈਕਟਿਵਿਟੀ ਆਰ ਸੇਮ ਐਜ਼ ਦੋਜ਼ ਆਫ ਸੈਂਸਿਟਿਵਿਟੀ। ਹੇਅਰ ਰਿਸੀਵਰ ਇਜ਼ ਟਿਊਨਡ ਟੂ 950 ਐਂਡ ਇਨਪੁਟ ਇਜ਼ ਐਡਜਸਟਡ ਟੂ ਗੈਟ ਸਟੈਂਡਰਡ ਆਊਟਪੁੱਟ ਬਾय ਐਡਜਸਟਿੰਗ ਦੀ ਜਨਰੇਟਰ ਆਊਟਪੁੱਟ ਫ੍ਰੀਕੁਐਂਸੀ। ਅਸੀਂ 950 ਕਿਲੋ ਹਰਟਜ਼ ਤੇ ਉਹਨੂੰ ਟਿਊਨ ਕਰਕੇ ਫਿਰ ਜਨਰੇਟਰ ਦੀ ਇਨਪੁਟ ਵੋਲਟੇਜ ਨੂੰ ਐਡਜਸਟ ਕਰਨਾ ਤਾਂ ਕਿ ਸਾਨੂੰ 50 ਮਿਲੀ ਵਾਟ ਮਿਲ ਸਕੇ। ਉਹਦੇ ਵਾਂਗ ਹੀ ਆ, ਉਹਦੇ ਵਾਂਗ ਹੀ ਆ। ਪਤਾ ਲੱਗ ਗਿਆ? पता लग गया? हैंस नाउ द जनरेटर आउटपुट फ्रीकुएंसी डेविएटेड अबव फ्रॉम। हुण जे असी जनरेटर की आउटपुट फ्रीकुएंसी नूं 950 तो थल्ले जां उपर ट्यून करते हैं इन सूटेबल स्टैप्स
every time generator output voltage is adjusted and noted down ਫਿਰ ਸਾਨੂੰ ਹਰ ਵਾਰੀ ਜਿਹੜੀ ਜਨਰੇਟਰ ਆਊਟਪੁੱਟ ਵੋਲਟੇਜ ਹੈ ਉਹ ਆਊਟਪੁੱਟ ਤਾਂ ਕਿ ਸਾਨੂੰ 50 ਮਿਲੀ ਵਾਟ ਮਿਲ ਸਕੇ ਰਿਸੀਵਰ ਦੀ ਆਊਟਪੁੱਟ ਉਹਨੂੰ ਐਡਜਸਟ ਕਰਨਾ ਪਊਗਾ, ਠੀਕ ਹੈ ਨਹੀਂ। ਤੋ ਉਹਦੇ ਹਿਸਾਬ ਨਾਲ ਫਿਰ ਅਟੈਨੂਏਸ਼ਨ ਜਿਹੜੀ ਉਹ ਕੈਲਕੂਲੇਟ ਹੋਏਗੀ। ਤੋ ਇਸ ਪ੍ਰੋਸੀਜਰ ਨੂੰ using this procedure we can measure the selectivity at any carrier frequency even other than 950 950 ਹੀ ਨਹੀਂ ਕੱਲੀ 950 ਤੋਂ ਕਿਸੇ ਹੋਰ ਫ੍ਰੀਕੁਐਂਸੀ ਤੇ ਵੀ ਅਸੀਂ ਜੇ ਅਸੀਂ ਰਿਸੀਵਰ ਨੂੰ ਟਿਊਨ ਕਰਦੇ ਹਾਂ ਉਹਦੀ ਸਿਲੈਕਟਿਵਿਟੀ ਅਸੀਂ ਮੇਜਰ ਕਰ ਸਕਦੇ ਹਾਂ, ਠੀਕ ਹੈ। ਆਬਜ਼ਰਵੇਸ਼ਨ ਟੇਬਲ ਕੀ ਇੱਥੇ ਅਟੈਨੂਏਸ਼ਨ ਮੇਜਰ ਕਰਨੀ ਆ, ਦੇਖੋ ਆ ਦੇਖੋ ਅਸੀਂ ਹੁਣ ਇੱਥੇ ਅਸਲ 'ਚ ਹੈ ਇਨ ਕੀ ਆ ਫ੍ਰੀ ਅਸਲ 950 ਤੋਂ ਕਿੰਨੀ ਡੈਵੀਏਟ ਹੋਈ, 2 ਕਿਲੋ ਹਰਟਸ ਹੋਈ ਆਲੇ ਦੁਆਲੇ ਨੂੰ, ਜਾਂ 4 ਕਿਲੋ ਹੋਈ, 8 ਕਿਲੋ ਹੋਈ, 6 ਕਿਲੋ ਹੋਈ, ਜਾਂ 10 ਕਿਲੋ ਜਿੰਨੀ, ਉਹਦੇ ਅਗੇਂਸਟ ਫਿਰ ਸਾਨੂੰ ਕਿੰਨਾ ਕੁ ਜਨਰੇਟਰ ਦੀ ਜਿਹੜੀ ਆਊਟਪੁੱਟ ਵੋਲਟੇਜ ਆ ਉਹ ਦੇਣੀ ਪੈਂਦੀ ਆ, ਤੇ ਅਟੈਨੂਏਸ਼ਨ ਕਿੰਨੀ ਹੋਈ ਪਤਾ ਲੱਗ ਗਿਆ। ਓਬਵੀਅਸਲੀ ਜਿੰਨੀ ਘੱਟ ਫ੍ਰੀਕੁਐਂਸੀ ਆਲੇ ਦੁਆਲੇ ਨੂੰ ਡੈਵੀਏਟ ਕਰੇਗੀ ਉਨੀ ਅਟੈਨੂਏਸ਼ਨ ਘਟੇਗੀ, ਸਮਝ ਆ ਗਈ। Important ਹਾਂਜੀ the sir। selectivity of receiver goes on increasing as the selectivity curve becomes more and more narrow। तो selectivity ਵਧੇਗੀ ਕਦੋਂ, ਜਿੱਦਾਂ ਇਹ ਕਰਵ ਜਿੱਦਾਂ ਇਦਾਂ ਇਹਨੇ ਮੂੰਹ ਅੱਡਿਆ ਨਾ, ਜਿੰਨਾ ਇਹਦਾ ਮੂੰਹ ਛੋਟਾ ਹੋਏਗਾ ਉਨੀ selectivity ਵਧੇਗੀ। ਵਧਾਉਣ ਦੇ ਤਰੀਕੇ ਕੀ ਆ, receiver depends on the IF amplifier, ਜਿੰਨੀ receiver ਜਿਹੜੀ selectivity receiver ਦੀ ਉਹ IF amplifier ਤੇ ਡਿਪੈਂਡ ਕਰਦੀ ਆ। higher the quality factor of the tuned circuit used in the IF amplifier better। IF amplifier ਦੇ ਵਿੱਚ ਜਿਹੜਾ tuned circuit ਹੈ ਉਹਦੀ ਜਿੰਨਾ ਕੁਆਲਿਟੀ ਫੈਕਟਰ ਜ਼ਿਆਦਾ ਹੋਊਗਾ ਉਨੀ ਉਹਦੀ ਸਿਲੈਕਟਿਵਿਟੀ ਜ਼ਿਆਦਾ ਹੋਏਗੀ। ਕਲੀਅਰ? ਹਾਂਜੀ sir। ਹਾਂ। ਫਿਡਿਲਿਟੀ ਕੀ ਆ, Yes ਕਈ ਵਾਰੀ ਕਹਿੰਦੇ ਕਿ ਹਾਈ ਫਾਈ ਬੜਾ ਬੰਦਾ, ਫਿਡਿਲਿਟੀ ਦਾ ਮਤਲਬ ਹੈ ਫਿਡਿਲਿਟੀ ਇਜ਼ ਦੀ ਅਬਿਲਿਟੀ ਆਫ ਰਿਸੀਵਰ, ਇਹ ਵੀ ਇੱਕ ਰਿਸੀਵਰ ਦੀ ਯੋਗਤਾ ਕਾਹਦੇ ਲਈ, ਟੂ ਪ੍ਰੋਡਿਊਸ ਆਲ ਮੋਡੂਲੇਟਿੰਗ ਫ੍ਰੀਕੁਐਂਸੀਜ਼ ਇਕੁਅਲੀ। ਮੰਨ ਲਓ ਮੋਡੂਲੇਟਿੰਗ ਸਿਗਨਲ ਆ ਜਿੱਦਾਂ ਲੈ ਕੇ 50 ਤੋਂ ਲੈ ਕੇ ਮੰਨ ਲਓ 40 ਕਿਲੋ ਹਰਟਸ ਤੋਂ ਲੈ ਕੇ 8 ਕਿਲੋ ਜਾਂ 9 ਕਿਲੋ ਹਰਟਸ ਤੱਕ, ਮੰਨ ਲਓ ਸਾਰੀ ਆਡੀਓ ਦੀ ਰੇਂਜ ਹੈ। ਇਹ ਪੂਰੀ ਫ੍ਰੀਕੁਐਂਸੀ ਰੇਂਜ ਦੇ ਵਿੱਚ ਜਿਹੜਾ ਗੇਨ ਆ ਰਿਸੀਵਰ ਦੀ ਜਿਹੜੀ ਆਊਟਪੁੱਟ ਹੈ ਉਹ ਇੱਕਦਮ ਫਲੈਟ ਰਹਿਣਾ ਚਾਹੀਦਾ, ਰਿਸਪੌਂਸ ਕਾਂਸਟੈਂਟ ਰਹਿਣਾ ਚਾਹੀਦਾ। ਇਹਦਾ ਮਤਲਬ ਸਾਰੀਆਂ ਫ੍ਰੀਕੁਐਂਸੀਜ਼ ਨੂੰ ਉਹਨੇ ਇੱਕੋ ਜਿਹਾ ਰਿਸੀਵ ਕੀਤਾ, ਸਮਝ ਆਈ। ਸਾਰੀ ਫ੍ਰੀਕੁਐਂਸੀ ਚੈਨਲ ਨੂੰ, ਸਾਰੀ ਫ੍ਰੀਕੁਐਂਸੀ ਜਿਹੜੇ ਸਿਗਨਲਸ ਨੇ ਉਹਦੇ ਐਂਪਲੀਟਿਊਡ ਨੂੰ ਇੱਕੋ ਜਿਹਾ ਵੇਚ ਰਿਸੀਵ ਕੀਤਾ, ਇਹਨੂੰ ਕਹਿੰਦੇ ਹਾਈ ਫਿਡਿਲਿਟੀ। ਸੋ ਦਿਸ ਇਜ਼ ਬੇਸਿਕਲੀ ਦੀ ਫ੍ਰੀਕੁਐਂਸੀ ਰਿਸਪੌਂਸ ਆਫ ਦੀ ਆਡੀਓ ਫ੍ਰੀਕੁਐਂਸੀ ਐਂਪਲੀਫਾਇਰ। ਅਸਲ 'ਚ ਇਹ ਜਿਹੜਾ ਕੀ ਆ, ਇਹ ਆਡੀਓ ਫ੍ਰੀਕੁਐਂਸੀ ਐਂਪਲੀਫਾਇਰ ਦਾ ਇੱਕ ਫ੍ਰੀਕੁਐਂਸੀ ਰਿਸਪੌਂਸ ਹੈ। ਇਹਦਾ ਰਿਸਪੌਂਸ ਕਾਫੀ ਫਲੈਟ ਹੁੰਦਾ। ਉਸ ਫਲੈਟ ਦਾ ਮਤਲਬ ਹੈ ਕਹਿੰਦਾ ਐਸ ਫ੍ਰੀਕੁਐਂਸੀ ਤੋਂ ਲੈ ਕੇ ਐਸ ਫ੍ਰੀਕੁਐਂਸੀ ਤੱਕ ਤਕਰੀਬਨ ਸਾਰੇ ਐਂਪਲੀਟਿਊਡ ਸਾਰੀਆਂ ਫ੍ਰੀਕੁਐਂਸੀ ਦਾ ਸੇਮ ਆ। ਇਹ ਸਾਰੀਆਂ ਫ੍ਰੀਕੁਐਂਸੀ ਨੂੰ ਇੱਕੋ ਜਿੰਨੇ ਵੇ ਦੇ ਨਾਲ ਉਹਨੇ ਐਂਪਲੀਫਾਈ ਕੀਤਾ। ਕਲੀਅਰ? ਕਹਿੰਦਾ ਉਹਨੂੰ ਰੀਪਰੋਡਿਊਸ ਕੀਤਾ ਇੱਕੋ ਜਿਹੀਆਂ। ਅਬਿਲਿਟੀ ਆਫ ਦ ਰਿਸੀਵਰ ਟੂ ਰੀਪਰੋਡਿਊਸ ਆਲ ਦ ਮੋਡੂਲੇਟਿੰਗ ਫ੍ਰੀਕੁਐਂਸੀਜ਼ ਇਕੁਅਲੀ, ਸਾਰੀਆਂ ਮੋਡੂਲੇਟਿੰਗ ਫ੍ਰੀਕੁਐਂਸੀਜ਼ ਨੂੰ ਇਕੁਅਲੀ ਰੀਪਰੋਡਿਊਸ ਕਰਨ ਦੀ क्षमता ਨੂੰ, ਯੋਗਤਾ ਨੂੰ ਅਸੀਂ ਕਿਹਦੀ, ਰਿਸੀਵਰ ਦੀ ਯੋਗਤਾ ਨੂੰ ਫਿਡਿਲਿਟੀ ਕਹਿੰਦੇ ਆ, ਸਮਝ ਆਈ। ਔਰ ਜਿੰਨੀ ਫ੍ਰੀਕੁਐਂਸੀ ਰੇਂਜ ਜ਼ਿਆਦਾ ਅਗਰ ਸਾਰਿਆਂ ਨੂੰ ਇਕੁਅਲੀ ਉਹ ਰਿਸੀਵਰ ਦਿਖਾਉਂਦਾ ਆਪਣੀ ਆਊਟਪੁੱਟ ਤੇ, ਉਹਨੂੰ ਅਸੀਂ ਕਹਿੰਦੇ ਹਾਈ ਫਾਈ। ਕਲੀਅਰ? ਹਾਂਜੀ sir। Yes sir। हाँ। So high fidelity is essential in order to reproduce a good quality music faithfully without introducing any distortion। देखो आवाज ਵਿੱਚ ਤਾਂ ਘੱਟ ਵੱਧ ਚੱਲ ਜਾਂਦੀ ਗੱਲੇ, ਆਵਾਜ਼ ਘੱਟ ਹੋਈ ਜਾਂ ਵੱਧ ਘੱਟ ਹੋਈ, ਉੱਚੀ ਨੀਵੀਂ ਹੋਈ, ਉੱਥੇ ਤਾਂ ਚੱਲ ਜਾਂਦੀ ਗੱਡੀ, ਮੰਨ ਲਓ ਜਿਹੜਾ ਲਿਸਨਰ ਬੈਠਾ ਜਾਂ ਜਿਹੜੇ ਆਡੀਅנס ਬੈਠੀ ਆ ਉਹਨੂੰ ਸੁਣ ਲਈ। ਪਰ ਜਦੋਂ ਅਸੀਂ ਮਿਊਜ਼ਿਕ ਚੱਲਦਾ ਹੁੰਦਾ, ਮਿਊਜ਼ਿਕ ਵਿੱਚ ਨੋਇਜ਼ ਜਾਂ ਡਿਸਟੋਰਸ਼ਨ ਉਹ ਮਾੜੀ ਗੱਲ ਆ। ਇਸ ਕਰਕੇ ਅਸੀਂ ਕਹਿੰਦੇ ਕਿ ਮਿਊਜ਼ਿਕ ਸਾਨੂੰ ਇੱਕੋ ਲੈ ਨਾ ਸੁਣੇ, ਹਾਈ ਫਾਈ ਹੋਣਾ ਚਾਹੀਦਾ ਸਿਸਟਮ ਸਾਰਾ। ਤਾਂ ਅਸੀਂ ਕਹਿੰਦੇ ਕਿ ਸਾਰੀਆਂ ਜਿਹੜੀ ਆਡੀਓ ਦੀ ਰੇਂਜ ਆ, ਜਿਸ ਫ੍ਰੀਕੁਐਂਸੀ ਰੇਂਜ ਦੇ ਵਿੱਚ ਮਿਊਜ਼ਿਕ ਵੱਜ ਰਿਹਾ, ਉਹ ਸਾਰੀਆਂ ਫ੍ਰੀਕੁਐਂਸੀ ਦਾ ਜਿਹੜਾ ਰਿਸੀਵਰ ਆ ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਰੀਪਰੋਡਿਊਸ ਕਰ ਸਕੇ। ਸੋ ਫॉर ਦਿਸ ਇਟ ਇਜ਼ ਐਸੈਂਸ਼ੀਅਲ ਟੂ ਹੈਵ ਅ ਫਲੈਟ ਫ੍ਰੀਕੁਐਂਸੀ ਰਿਸਪੌਂਸ ਓਵਰ ਅ ਵਾਈਡ ਰੇਂਜ ਆਫ ਆਡੀਓ ਫ੍ਰੀਕੁਐਂਸੀ। ਸੋ ਆਡੀਓ ਫ੍ਰੀਕੁਐਂਸੀ ਦੀ ਪੂਰੀ ਵਾਈਡ ਰੇਂਜ ਦੇ ਵਿੱਚ ਜਿਹੜਾ ਫ੍ਰੀਕੁਐਂਸੀ ਰਿਸਪੌਂਸ ਆ ਉਹ ਤਕਰੀਬਨ ਫਲੈਟ ਹੋਣਾ ਚਾਹੀਦਾ ਜਿੱਦਾਂ ਦਿਖਾਇਆ। ਫਿਡਿਲਿਟੀ ਕਰਵ ਆਫ ਰਿਸੀਵਰ is basically the frequency response of the AF amplifier stage and the receiver। ਜਿਹੜਾ ਰਿਸੀਵਰ ਦੇ ਵਿੱਚ ਆਡੀਓ ਫ੍ਰੀਕੁਐਂਸੀ ਐਂਪਲੀਫਾਇਰ ਹੈ ਇਹ ਅਸਲ 'ਚ ਉਹਦਾ ਰਿਸਪੌਂਸ ਹੈ, ਠੀਕ ਹੈ। IF ਐਂਪਲੀਫਾਇਰ ਤੋਂ ਬਾਅਦ ਡਿਟੈਕਟਰ ਹੁੰਦਾ ਨਾ, ਓਰੀਜਨਲ ਸਿਗਨਲ ਕੱਢਦਾ, ਜਿੱਦਾਂ ਆਪਾਂ ਉੱਥੇ 1 ਕਿਲੋਵਾਟ ਦਾ ਕੱਢ ਕੇ ਦਿਖਾ ਲਿਆ ਸੀ, ਉਹ ਆਡੀਓ ਦੀ ਰੇਂਜ ਹੈ। ਤੇ ਉਹ ਜਿੰਨਾ ਉਹ ਆਡੀਓ ਫ੍ਰੀਕੁਐਂਸੀ ਐਂਪਲੀਫਾਇਰ ਹੈ, ਉਹ ਜਿੰਨੀਆਂ ਫ੍ਰੀਕੁਐਂਸੀਜ਼ ਨੂੰ ਐਂਪਲੀਫਾਈ ਕਰਕੇ ਆਊਟਪੁੱਟ ਦਿਖਾਉਂਦਾ, ਉਹ ਸਾਰੀਆਂ ਫ੍ਰੀਕੁਐਂਸੀਜ਼ ਇੱਕੋ ਜਿਹੇ ਐਂਪਲੀਟਿਊਡ ਦੇ ਨਾਲ ਐਂਪਲੀਫਾਈ ਹੋਣੀਆਂ ਚਾਹੀਦੀਆਂ।
ਤਾਂ ਅਸੀਂ ਕਹਿੰਦੇ ਕਿ ਉਹਦੀ ਫਿਡਿਲਿਟੀ ਜ਼ਿਆਦਾ ਹੈ। ਪ੍ਰੋਸੀਜਰ ਟੂ ਪਲਾਟ ਦੀ ਫਿਡਿਲਿਟੀ ਕਰਵ, ਇੱਥੇ ਵੀ ਅਸੀਂ ਦੇਖ ਲਓ ਇਦਾਂ ਹੀ ਕਰ ਲਿਆ। ਮੰਨ ਲਓ 4-5 ਮਿੰਟ ਰਹਿ ਗਏ। ਕਨੈਕਟ ਦੀ ਸੈਟਅਪ ਹੈ ਸ਼ੋਨ ਇਨ ਫਿਗਰ, ਇੱਥੇ ਥੱਲੇ ਦਿਖਾ ਲਿਆ। ਅੱਛਾ ਉਹੀ ਐਮ ਦੀ ਵੈਲਿਊ 30% ਕੈਰੀਅਰ ਫ੍ਰੀਕੁਐਂਸੀ ਨੂੰ ਅਸੀਂ ਚਲੋ ਹੁਣ 1000 ਕਿਲੋਵਾਟ ਤੇ ਰਹਿ ਲਿਆ, ਠੀਕ ਹੈ। ਕੀਪ ਦਿਸ ਫ੍ਰੀਕੁਐਂਸੀ ਕਾਂਸਟੈਂਟ ਥਰੂ ਆਊਟ ਦੀ ਫਿਡਿਲਿਟੀ, ਇਹੀ ਫ੍ਰੀਕੁਐਂਸੀ ਨੂੰ ਕਾਂਸਟੈਂਟ ਰੱਖਣਾ। ਨਾਓ ਐਡਜਸਟ ਦੀ ਮੋਡੂਲੇਟਿੰਗ ਫ੍ਰੀਕੁਐਂਸੀ, ਹੁਣ ਮੋਡੂਲੇਟਿੰਗ ਫ੍ਰੀਕੁਐਂਸੀ ਨੂੰ 1 ਕਿਲੋਵਾਟ ਤੇ ਐਡਜਸਟ ਕੀਤਾ, ਐਡਜਸਟ ਦੀ ਆਊਟਪੁੱਟ ਵੋਲਟੇਜ ਟੂ ਗੈਟ ਦੀ ਮੈਕਸਿਮਮ ਅਨਡਿਸਟੋਰਟਡ ਆਊਟਪੁੱਟ। ਫਿਰ ਅਸੀਂ ਆਊਟਪੁੱਟ ਵੋਲਟੇਜ ਉਸੇ ਹੀ ਏਐਮ ਜਨਰੇਟਰ ਦੀ ਆਊਟਪੁੱਟ ਵੋਲਟੇਜ ਨੂੰ ਐਡਜਸਟ ਕਰਦੇ ਹਾਂ ਤਾਂ ਕਿ ਸਾਨੂੰ ਮੈਕਸਿਮਮ ਅਨਡਿਸਟੋਰਟਡ ਆਊਟਪੁੱਟ ਮਿਲੇ। ਕੀਪ ਦਿਸ ਇਨਪੁਟ ਵੋਲਟੇਜ ਕਾਂਸਟੈਂਟ ਥਰੂ ਆਊਟ ਦੀ ਐਕਸਪੈਰੀਮੈਂਟ, तो इस वोल्टेज ਨੂੰ ਵੀ ਕਾਂਸਟੈਂਟ ਰੱਖੋ ਥਰੂ ਆਊਟ ਦੀ ਐਕਸਪੈਰੀਮੈਂਟ ਤਾਂ ਕਿ ਸਾਨੂੰ ਅਨਡਿਸਟੋਰਟਡ ਇੱਕੋ ਜਿਹੀ ਵੋਲਟੇਜ ਸਾਰੀ ਜਗ੍ਹਾ ਮਿਲੇ, ਠੀਕ ਹੈ। ਵੇਰੀ ਦੀ ਮੋਡੂਲੇਟਿੰਗ ਫ੍ਰੀਕੁਐਂਸੀ, ਹੁਣ ਆਪਾਂ 1 ਕਿਲੋ ਤੋਂ ਕੀਤੀ, ਫਿਰ ਕਹਿੰਦਾ 100 ਵਾਟ ਤੋਂ ਲੈ ਕੇ 10 ਕਿਲੋ ਵਾਟ ਵਿੱਚ ਸੂਟੇਬਲ ਸਟੈਪ ਦੇ ਵਿੱਚ ਵੇਰੀ ਕਰੋ ਔਰ ਰਿਸੀਵਰ ਦੀ ਆਊਟਪੁੱਟ ਐਵਰੀ ਟਾਈਮ ਵੇਅਰ ਕਰੋ। ਕਨਵਰਟ ਦੀ ਰਿਸੀਵਰ ਆਊਟਪੁੱਟ ਇਨਟੂ ਡੀਵੀ, ਵੋਲਟੇਜ ਨੂੰ ਡੀਵੀ ਚ ਕਨਵਰਟ ਕਿੱਦਾਂ ਕਰਦੇ ਆਪਾਂ, ਵੋਲਟੇਜ ਨੂੰ ਡੀਵੀ ਚ ਕਿੱਦਾਂ ਕਰਦੇ ਕਨਵਰਟ, ਠੀਕ ਹੈ ਨਹੀਂ। ਫਿਰ ਅਸੀਂ ਗੇਨ ਜਦੋਂ ਲੈਣਾ, ਜਿੱਦਾਂ ਮੰਨ ਲਓ 20, ਅਸੀਂ ਕਹਿੰਦੇ ਨਹੀਂ 10 log base 10 ਨਹੀਂ 20 log base 10 V1 over V2, ਇੱਦਾਂ ਅਸੀਂ ਇਸ ਤਰੀਕੇ ਨਾਲ ਉਹ ਪਾਵਰ ਅਸੀਂ ਡੀਵੀ ਚ ਕਨਵਰਟ ਕਰਦੇ। ਐਂਡ ਪਲਾਟ ਦੀ ਫਿਡਿਲਿਟੀ ਕਰੋ, ਤੋ ਆਬਜ਼ਰਵੇਸ਼ਨ ਟੇਬਲ ਫॉर ਦੀ ਫਿਡਿਲਿਟੀ ਕਰੋ, ਕਿੱਦਾਂ ਅਸੀਂ ਕਰਦੇ ਹਾਂ। ਮੰਨ ਲਓ ਅਸੀਂ ਆਊਟਪੁੱਟ ਜਿਹੜੀ ਰਿਸੀਵਰ ਦੇ ਵਿੱਚ ਆ ਕਰਨੀ ਤਾਂ ਉੱਥੇ ਮੇਜਰ ਵੋਲਟੇਜ ਹੈ, ਪਰ ਉਹਨੂੰ ਅਸੀਂ ਡੀਵੀ ਚ ਕਨਵਰਟ ਕਰ ਲੈਣਾ ਅਲੱਗ-ਅਲੱਗ ਮੋਡੂਲੇਟਿੰਗ ਸਿਗਨਲ ਦੀ ਫ੍ਰੀਕੁਐਂਸੀ ਦੇ ਅਗੇਂਸਟ। ਕਲੀਅਰ? हेलो जी सर। ਫਿਡਿਲਿਟੀ ਕਰਵ ਸ਼ੁੱਡ ਬੀ ਫਲੈਟ। ਹਾਂਜੀ ਸਰ ਕਲੀਅਰ ਹੈ ਜੀ। ਸਾਰੀ ਆਡੀਓ ਫ੍ਰੀਕੁਐਂਸੀ ਰੇਂਜ ਦੇ ਵਿੱਚ ਜਿਹੜੀ ਫਿਡਿਲਿਟੀ ਕਰਵ ਹੈ ਉਹ ਫਲੈਟ ਹੋਣੀ ਚਾਹੀਦੀ ਹੈ ਆਦਰਸ਼ ਤੌਰ ਤੇ, ਆਈਡੀਅਲੀ ਜਾਨੀ, ਤੇ ਬਟ ਪ੍ਰੈਕਟੀਕਲੀ ਇਹ ਫਲੈਟ ਨਹੀਂ ਹੁੰਦੀ। ਇਟ ਡਿਕਰੀਜ਼ਸ ਔਨ ਦੀ ਲੋਅਰ ਐਂਡ ਹਾਇਰ ਫ੍ਰੀਕੁਐਂਸੀ ਸਾਈਡ। ਮਤਲਬ ਫ੍ਰੀਕੁਐਂਸੀ ਜਿਹੜੀ ਰਿਸਪੌਂਸ ਉਹਦੀ ਕਰਵ ਆ ਉਹਦੀ ਲੋਅਰ ਸਾਈਡ ਤੇ ਅਪਰ ਸਾਈਡ ਤੇ ਇਹ ਕਰਵ ਫਲੈਟ ਨਹੀਂ ਰਹਿੰਦੀ, ਠੀਕ ਹੈ। ਅੱਗੇ ਹੈਗਾ ਇਮੇਜ ਫ੍ਰੀਕੁਐਂਸੀ ਐਂਡ ਇਟਸ ਰਿਜੈਕਸ਼ਨ। ਇਮੇਜ ਫ੍ਰੀਕੁਐਂਸੀ ਐਂਡ ਇਟਸ ਰਿਜੈਕਸ਼ਨ ਕੀ ਹੈ? ਇਨ ਬ੍ਰੌਡਕਾਸਟ ਏਮ ਰਿਸੀਵਰ ਲੋਕਲ ਆਸਿਲੇਟਰ ਫ੍ਰੀਕੁਐਂਸੀ ਇਜ਼ ਹਾਇਰ ਦੈਨ ਦੀ ਇਨਕਮਿੰਗ ਓਕੇ ਬਾਈ ਇੰਟਰਮੀਡੀਏਟ ਫ੍ਰੀਕੁਐਂਸੀ। ਅੱਛਾ ਠੀਕ ਹੈ, ਠੀਕ ਹੈ। ਅਸੀਂ ਕੀ ਕਰਦੇ ਹਾਂ, ਹਾਂ ਜਿਹੜੀ ਇੰਟਰਮੀਡੀਏਟ ਫ੍ਰੀਕੁਐਂਸੀ ਆ ਲੋਕਲ ਆਸਿਲੇਟਰ ਦੀ ਫ੍ਰੀਕੁਐਂਸੀ ਦੇ ਵਿੱਚੋਂ ਇਨਕਮਿੰਗ ਨੂੰ ਘਟਾ ਦੇ ਰਹੇ ਹਾਂ, ਉਹ IF ਬਣ ਗਈ। if two frequency component f1 and f2 are mixed in a mixer, then mixer, ਮੰਨ ਲਓ ਦੋ frequency component mixer ਦੇ ਵਿੱਚ ਅਸੀਂ ਮਿਲਾਤੇ, ਉਹਨੇ ਆਊਟਪੁੱਟ ਕੱਢ ਲੈਣੀ ਹੈ if the consist of the following। ਜੇ f1 f2 ਤੋਂ ਵੱਡੀ ਹੋਈ, f1 f2 ਤਾਂ ਕੱਢੂਗਾ, ਇੱਕ ਡਿਫਰੈਂਸ ਕੱਢੂਗਾ, ਇੱਕ ਸਮ ਕੱਢ ਦੂਗਾ, ਠੀਕ ਹੈ। ਤੇ ਜਿਹੜਾ ਅਸੀਂ ਡਿਫਰੈਂਸ ਕੰਪੋਨੈਂਟ ਆ ਉਹ ਸਿਲੈਕਟ ਕਰ ਲੈਂਦੇ ਆ ਯੂਜ਼ਿੰਗ ਅ ਟਿਊਨਡ ਸਰਕਟ ਆਫਟਰ ਦੀ ਮਿਕਸਰ, ਠੀਕ ਹੈ। ਨਾਓ ਅਸਿਊਮ that total local oscillator frequency is set to f0। ਹੁਣ ਅਸੀਂ ਮੰਨ ਲਾ ਵੀ ਜਿਹੜੀ ਲੋਕਲ ਆਸਿਲੇਟਰ ਫ੍ਰੀਕੁਐਂਸੀ f0 ਤੇ ਸਿਲੈਕਟ ਕਰ ਲਈ ਐਂਡ ਅਨਵਾਂਟਡ ਸਿਗਨਲ ਐਟ ਫ੍ਰੀਕੁਐਂਸੀ fsi, ਠੀਕ ਹੈ। fsi f0 plus if manage to reach at the input of the mixer along with the desired signal fs, ਠੀਕ ਹੈ। then mixer output ਉਹਨੇ ਚਾਰ ਕੰਪੋਨੈਂਟ ਫੇਰ ਕਰ ਦੇਣੇ, ਅਨਵਾਂਟਡ f0 ਸਮ ਤੇ ਡਿਫਰੈਂਸ। ਤੇ ਸਾਨੂੰ ਕੀ ਚਾਹੀਦਾ, ਆ ਜਿਹੜਾ ਸਮ ਆ ਸਾਡੇ ਲਈ ਇਹ ਕੀ ਆ, ਸਮ ਦੀ ਵੈਲਿਊ ਉਹ ਆ f0 ਇਹਦੇ ਵਿੱਚ ਸਮ ਤੇ 2f ਐਂਡ if। ਇਹ ਲਾਸਟ ਕੰਪੋਨੈਂਟ ਜਿਹੜਾ ਐਟ if is the difference between si and f0। component will also be amplified by if amplifier along with the desired signal at fs। ਨੈਕਸਟ ਟਾਈਮ ਕਰਾਉਂਗਾ ਬੇਟੇ, ਥੋੜਾ ਜਿਹਾ ਰਹਿ ਗਿਆ ਬਾਕੀ, ਕਿਉਂਕਿ 1 ਮਿੰਟ ਤੋਂ ਘੱਟ ਰਹਿ ਗਿਆ। ਹੁਣ ਤੁਸੀਂ ਸਕਰੀਨਸ਼ਾਟ ਲੈ ਲਓ, ਠੀਕ ਹੈ। ਆਈ ਐਮ ਗੋਇੰਗ ਟੂ ਸਟਾਪ ਨਾਓ। चलो going to end now। Done, sir। Okay, okay। सर 4 से बच्चे हैं।